ਜਿਹੜੇ ਸਾਡੇ ਦੋਸਤੋ ਅੱਜ ਸਾਡੇ ਵਿਚਕਾਰ ਦੋ ਇਸ ਤਰ੍ਹਾਂ ਦੇ ਨੌਜਵਾਨ ਨੇ। ਇਹ ਨੇ ਈਟੀਟੀ ਅਧਿਆਪਕ ਜਿਹੜੇ ਕਿ ਲੰਬੇ ਸਮੇਂ ਤੋਂ ਡਿਗਰੀਆਂ ਲੈ ਕੇ ਇਹ ਸੰਘਰਸ਼ ਦੇ ਰਾਹ ਪਏ ਹੋਏ ਆ। ਸਾਡੇ ਵਿਚਕਾਰ ਸ਼ੈਲਿੰਦਰ ਕੰਬੋਜ ਤੇ ਉਹਨਾਂ ਨਾਲ ਮਣੀ ਸੰਗਰੂਰ ਜਿਹੜੇ ਕਿ ਪੂਰੀ ਕਮਾਂਡ ਸੰਭਾਲੀ ਬੈਠੇ ਆ ਪੂਰੇ ਇਹਨਾਂ ਈਟੀਟੀ ਅਧਿਆਪਕਾਂ ਦੀ। ਤੁਹਾਨੂੰ ਯਾਦ ਹੋਏਗਾ, ਤੁਸੀਂ ਪਿਛਲੇ ਸਾਲ ਤੋਂ ਦੇਖ ਰਹੇ ਹੋ ਕਿ ਥਾਂ ਥਾਂ ਤੇ ਪਾਣੀ ਦੀਆਂ ਵਿਛਾੜਾਂ ਦੇ ਨਾਲ, ਲਾਠੀਆਂ ਦੇ ਨਾਲ ਇਹਨਾਂ ਦਾ ਸਰਕਾਰ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਤੇ ਲਗਾਤਾਰ ਇਹ ਟੈਂਕੀ ਦੇ ਉੱਤੇ ਚੜ ਕੇ ਪਿਛਲੇ ਸਾਲ ਤੋਂ ਸੰਘਰਸ਼ ਕਰਦੇ ਰਹੇ ਹੈ ਤੇ ਕਰੋਨਾ ਕਰਕੇ ਇਹਨਾਂ ਨੂੰ ਉੱਥੋਂ ਉਠਾਇਆ ਗਿਆ ਤੇ ਬਾਅਦ ਦੇ ਵਿੱਚ ਹੁਣ ਵੀ ਲੰਬੇ ਸਮੇਂ ਤੋਂ ਸੰਘਰਸ਼ ਹੈ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਦੇ ਕਰਕੇ ਕਈ ਵਾਰ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਉਹਨਾਂ ਨੂੰ ਇਹਨਾਂ ਦੇ ਕਰਕੇ ਰਸਤਾ ਵੀ ਛੱਡ ਕੇ ਜਾਣਾ ਪੈਂਦਾ ਹੈ ਕਿਉਂਕਿ ਥਾਂ ਥਾਂ ਤੇ ਉਹਨਾਂ ਦਾ ਘਰਾਓ ਹੁੰਦਾ ਹੈ। ਤੇ ਤੁਹਾਡਾ ਆਪਣੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਸ਼ੈਲਿੰਦਰ ਕੰਬੋਜ ਤੇ ਮਣੀ ਸੰਗਰੂਰ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਚਾਹਾਂਗੇ ਕਿ ਤੁਹਾਡਾ ਜਿਹੜਾ ਈਟੀਟੀ ਅਧਿਆਪਕਾਂ ਦਾ ਇਹ ਸੰਘਰਸ਼ ਹੈ, ਇਸ ਦੇ ਵਿੱਚ ਕੁੱਲ ਕਿੰਨੇ ਕੁ ਅਧਿਆਪਕ ਨੇ ਜਿਹੜੇ ਕਿ ਇਸ ਸੰਘਰਸ਼ ਨਾਲ ਜੁੜੇ ਹੋਏ ਨੇ? ਤਾਂ ਸਰ ਜਿਹੜਾ ਇਹ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨਾਲ ਜੁੜੇ ਹੋਏ ਕੈਡਰ ਹੈਗੀ ਹੈ, ਤਾਂ ਉਹਨਾਂ ਦੀ ਗਿਣਤੀ ਲਗਭਗ ਸਾਰੇ ਪੰਜਾਬ ਦੇ ਵਿੱਚੋਂ 500 ਦੇ ਸਮਥਿੰਗ ਹੈ। ਔਰ ਟੋਟਲੀ ਜੇਕਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਜਿਹੜੇ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀ ਹੈ ਤਾਂ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਹੈ ਸਰ ਉਹ ਸਾਡੇ ਕੋਲ ਲਗਭਗ 10 ਤੋਂ 12,000 ਦੇ ਆਸ-ਪਾਸ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ 2017 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਟੈਟ ਪਾਸ ਕਰਿਆ ਹੈਗਾ ਜੀ। ਉਹਨਾਂ ਦੀ ਗਿਣਤੀ ਜਿਹੜੀ ਆ ਉਹ ਆਪਣੇ ਕੋਲ 10 ਤੋਂ 12,000 ਦੇ ਦਾ ਟੈਟ ਪਾਸ ਵਾਲੇ 10 ਤੋਂ 12,000 ਤੇ ਪਰ ਕੁੱਲ ਹੁਣ ਕਿੰਨੇ ਈਟੀਟੀ ਹੋਣਗੇ ਜੇ ਆਪਾਂ ਅੰਦਾਜ਼ਾ ਲਾਈਏ ਪਿਛਲੇ ਇਹਨਾਂ ਖਾਸ ਸਾਲ ਕਿੰਨੇ ਕ ਨਵੇਂ ਈਟੀਟੀ ਦੇ ਤਿਆਰ ਹੋ ਜਾਂਦੇ? ਜੇਕਰ ਆਪਾਂ ਉਵੇਂ ਅੰਦਾਜ਼ਾ ਲਗਾਈਏ ਕਿ ਹਰ ਸਾਲ ਜਿਹੜਾ ਹੈਗਾ ਪੰਜਾਬ ਗਵਰਨਮੈਂਟ ਵੱਲੋਂ ਡਾਈਟਾਂ ਔਰ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਿਹੜਾ ਹੈਗਾ ਉਹ +2 ਬੇਸ ਤੇ ਇਹ ਕੋਰਸ ਕਰਵਾਇਆ ਜਾਂਦਾ ਔਰ ਤਕਰੀਬਨ 5 ਤੋਂ 6,000 ਜਿਹੜਾ ਹੈਗਾ ਜਿਹੜਾ ਇਹ ਟੀਚਰ ਹੈਗਾ ਐਲੀਮੈਂਟਰੀ ਵਾਲਾ, ਪ੍ਰਾਇਮਰੀ ਸਕੂਲ ਵਾਲਾ ਜੀ, ਇਹ ਹਰ ਸਾਲ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਜੀ ਤਿਆਰ ਕਰਿਆ ਜਾਂਦਾ ਹੈਗਾ। ਹਾਂਜੀ, ਤੇ ਹੁਣ ਟੈਸਟ ਜਿਹੜਾ ਟੈਟ ਐਲੀਜੀਬਿਲਟੀ ਟੈਸਟ ਤੁਹਾਡੇ ਵਾਸਤੇ ਰੱਖਿਆ ਗਿਆ ਸਰਕਾਰ ਵੱਲੋਂ, ਉਹ ਹਰ ਸਾਲ ਕਰਵਾਉਂਦੀ ਹੈ ਜਾਂ ਹੁਣ ਕਿੰਨੇ ਲੰਬੇ ਸਮੇਂ ਤੋਂ ਕਰਵਾਇਆ ਹੈ? ਹੁਣ ਦੇਖੋ ਸਰ ਜਿਹੜਾ ਪਿੱਛੇ ਲਗਭਗ ਆਪਾਂ ਕਹਿ ਲਈਏ ਕਿ 16, 17 ਔਰ 18 ਦੇ ਵਿੱਚ ਸਾਡਾ ਜਿਹੜਾ 3 ਵਾਰ ਜਿਹੜਾ ਹੈਗਾ ਉਹ ਟੈਟ ਹੋ ਚੁੱਕਿਆ ਹੈਗਾ। ਲੇਕਿਨ ਹੁਣ ਕਰੋਨਾ ਦੇ ਚੱਲਦਿਆਂ ਜਿਹੜਾ ਹੈਗਾ ਸਾਲ 19 ਤੇ 20 ਵਾਲਾ ਜਿਹੜਾ ਹੈਗਾ ਉਹ ਸਰਕਾਰ ਕਰਵਾਉਣ ਤੋਂ ਅਸਮਰੱਥ ਰਹੀ ਹੈਗੀ ਹੈ। ਉਹ ਟੈਸਟ ਜਿਹੜਾ ਉਹ ਨਹੀਂ ਹੋ ਪਾਇਆ। ਲੇਕਿਨ ਜਿਹੜਾ ਪਿੱਛੇ 3 ਵਾਰ ਦਾ ਜਿਹੜਾ ਟੈਸਟ ਹੈਗਾ ਉਹ ਇਹ ਸਰਕਾਰ ਕਰਵਾ ਚੁੱਕੀ ਹੈ। ਔਰ ਆਪਾਂ ਜੇਕਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜਾ ਪਿੱਛੇ ਜਦੋਂ ਤੋਂ ਟੀਚਰ ਐਲੀਜੀਬਿਲਟੀ ਟੈਸਟ 10 ਤੋਂ ਸ਼ੁਰੂ ਹੋਇਆ ਜੀ, ਤਾਂ 10 ਤੋਂ ਲੈ ਕੇ 15 ਤੱਕ ਜਿਹੜਾ 11, 12, 13, 14 ਔਰ 15 ਵਾਲਾ ਸੀਗਾ, ਤਾਂ ਉਹ ਲਗਭਗ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਪਿੱਛੇ 2016 ਦੇ ਵਿੱਚ ਬਾਦਲ ਸਰਕਾਰ ਦੇ ਸਮੇਂ ਜਦੋਂ 4500 2005 ਦੀ ਭਰਤੀ ਆਈ ਸੀਗੀ ਤਾਂ ਉਹਦੇ ਵਿੱਚ ਸਾਰੇ ਕੈਂਡੀਡੇਟ ਲਗਭਗ ਲੱਗ ਗਏ ਸੀਗੇ। ਜਨਰਲ ਐਸੀ ਸਾਰਾ ਲੱਗ ਗਿਆ ਸੀਗਾ ਤੇ ਉਸ ਸਮੇਂ ਸਿਰਫ BC ਕੈਟਾਗਰੀ ਦੇ 178 ਕੈਂਡੀਡੇਟ ਜਿਹੜੇ ਉਹ ਰਹਿ ਗਏ ਸੀਗੇ ਜਿਹੜੇ ਟੈਟ ਪਾਸ ਸੀਗੇ। ਲੇਕਿਨ ਥੋੜਾ ਜਿਹਾ ਡਬਲਿੰਗ ਦੋ ਪੋਸਟਾਂ ਜਿਹੜੀਆਂ 4500 ਤੇ 2005 ਦੋ ਇਕੱਠੀਆਂ ਐਡ ਆ ਗਈਆਂ ਸੀਗੀਆਂ। ਉਹ ਨੇੜੇ ਸਟੇਸ਼ਨ ਲੈਣ ਦੀ ਵਜ੍ਹਾ ਕਰਕੇ 4500 ਵਾਲਿਆਂ ਨੇ 2005 ਵਿੱਚ ਰੀਜੁਆਇਨਿੰਗ ਦੁਬਾਰਾ ਕਰੀ ਤਾਂ ਉਹ ਸਰਕਾਰ ਦਾ ਡਿਪਾਰਟਮੈਂਟ ਦੀ ਗਲਤੀ ਦੀ ਵਜ੍ਹਾ ਕਰਕੇ ਔਰ SC ਦੀਆਂ ਜਿਹੜੀਆਂ 595 ਜਿਹੜੀਆਂ ਪੋਸਟਾਂ ਉਸ ਸਮੇਂ ਜਿਹੜੀਆਂ ਉਹ ਬਚ ਗਈਆਂ ਸੀ। ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਬਾਦਲ ਸਰਕਾਰ ਸੀ 2017 ਤੋਂ ਪਹਿਲਾਂ, ਹਾਂਜੀ, ਉਦੋਂ ਭਰਤੀ ਕੀਤੀ ਗਈ ਤੇ ਉਸ ਤੋਂ ਬਾਅਦ ਭਰਤੀ ਨਹੀਂ ਕੀਤੀ। ਬਿਲਕੁਲ। ਤੇ ਹੁਣ ਜਿਹੜਾ ਤੁਹਾਡਾ ਸੰਘਰਸ਼ ਹੈ ਇਹਦੇ ਮੇਨ ਜਿੱਥੋਂ ਇਹ ਸ਼ੁਰੂ ਕਰਨਾ ਤੁਹਾਨੂੰ ਪਿਆ ਮਣੀ, ਵੀ ਇਹ ਕਿਉਂ ਕਰਨਾ ਸ਼ੁਰੂ ਪਿਆ ਸੰਘਰਸ਼? ਇਹਦੇ ਪਿੱਛੇ ਕੀ ਤੁਹਾਨੂੰ ਲੋੜ ਕੀ ਪਈ? ਤੇ ਜਿਹੜਾ ਅਸੀਂ ਸ਼ੁਰੂ ਕੀਤਾ ਸੀਗਾ ਕਿ ਪਿਛਲੇ ਜਿਹੜਾ ਸਾਲ 7 ਮਹੀਨੇ ਲਗਾਤਾਰ ਸੰਗਰੂਰ ਦੇ ਵਿੱਚ ਵੀ ਜਿਹੜਾ ਅਸੀਂ ਆਪਣੀ ਸੁਨਾਮੀ ਗੇਟ ਉੱਤੇ ਜਿਹੜੀ ਟੈਂਕੀ ਆ ਪਾਣੀ ਵਾਲੀ ਲਗਭਗ 140 ਫੁੱਟ ਉੱਚੀ ਉਹਦੇ ਉੱਤੇ ਵੀ ਚੜੇ ਰਹੇ ਆ। ਉਹਦੇ ਵਿੱਚ ਸਾਡੀ ਮੰਗ ਇਹ ਸੀਗੀ ਵੀ ਜਿਹੜਾ ਈਟੀਟੀ ਦਾ ਕੋਰਸ ਕਰਵਾਇਆ ਜਾਂਦਾ ਇਹ +2 ਦੇ ਆਧਾਰ ਤੇ ਕਰਾਇਆ ਜਾਂਦਾ ਜੀ। ਡਾਈਟਾਂ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ +2 ਬੇਸ ਤੇ ਮੈਰਿਟ ਬਣਾਉਂਦੇ ਆ ਤੇ ਐਡਮਿਸ਼ਨ ਦਿੰਦੇ ਆ। ਪਰ ਪੰਜਾਬ ਸਰਕਾਰ ਨੇ ਕੀ ਕੀਤਾ, ਕਹਿੰਦੇ ਜੀ ਤੁਸੀਂ ਜਿਹੜਾ ਈਟੀਟੀ ਦਾ ਕੋਰਸ ਕਰਨਾ ਉਹ +2 ਬੇਸ ਤੇ ਕਰੋ। ਡਾਈਟਾਂ ਦੇ ਵਿੱਚ +2 ਬੇਸ ਤੇ ਹੋ ਰਿਹਾ ਸੀ, ਪਰ ਕਹਿੰਦੇ ਜੇ ਤੁਸੀਂ ਈਟੀਟੀ ਟੀਚਰ ਲੱਗਣਾਗਾ ਪਰ ਤੁਸੀਂ ਸੀ ਕਹਿੰਦੇ BA ਜਿਹੜਾ ਗ੍ਰੈਜੂਏਸ਼ਨ ਆ ਜਿਹੜੀ ਤੁਹਾਡੀ BA ਆ ਬੈਚਲਰ ਆਫ ਆਰਟਸ ਜਾਂ ਫਿਰ ਕੋਈ ਵੀ ਗ੍ਰੈਜੂਏਸ਼ਨ ਆ ਜੀ ਉਹਨੂੰ ਲੈ ਕੇ ਆਓ।
ਜੇ ਗ੍ਰੈਜੂਏਸ਼ਨ, ETT ਔਰ ਟੈਟ, ਤਿੰਨ ਸ਼ਰਤਾਂ ਲਗਾਤਾਰ ਜਿਹੜਾ ਇਹਨਾਂ ਨੇ ਲਗਾ ਦਿੱਤੀਆਂ ਸੀਗੀਆਂ। ਅੱਛਾ। 7 ਮਹੀਨੇ ਲਗਾਤਾਰ ਸੰਘਰਸ਼ ਇਸ ਗੱਲ ਤੇ ਲੜਿਆ, ਜਿਹੜਾ ਕੀਤਾ ਗਿਆ ਵੀ ਭਾਈ ਜੇ ਤੁਸੀਂ +2 ਬੇਸ ਤੇ ਕੋਰਸ ਕਰਵਾਉਣੇ ਹੋ ਤਾਂ ਤੁਸੀਂ ਟੀਚਰ ਲੱਗਣ ਦੇ ਲਈ ਗ੍ਰੈਜੂਏਸ਼ਨ ਕਿਉਂ ਕੰਪਲਸਰੀ ਕੀਤੀ? ਲਗਭਗ ਲਗਾਤਾਰ ਜਿਹੜੇ ਸਾਡੇ ਸਾਥੀ ਸੀਗੇ ਉਹ 95 ਦਿਨ ਜਿਹੜੇ 5 ਸਾਥੀ ਸੀਗੇ ਟੈਂਕੀ ਦੇ ਉੱਤੇ ਡਟੇ ਰਹੇ ਨੇਗੇ। ਉਹਦੇ ਵਿੱਚ ਸੀਗੇ ਸੁਖਜੀਤ ਸਿੰਘ ਸੀ ਨਾਭੇ ਤੋਂ, ਪੱਟੀ ਵੀਰ ਪੰਜ ਸੀ ਟੈਂਕੀ ਚੜੇ ਹੋਏ, ਉਹ ਇਕੱਲੇ ਹੀ ਸੀ ਜਾਂ ਬਦਲਦੀ ਰਹਿੰਦੀ ਸੀ, ਡਿਊਟੀ ਬਦਲਦੀ ਸੀ ਜਾਂ ਉਹ ਇਕੱਲੇ ਉਹੀ ਸੀ? ਉਹਦੇ ਵਿੱਚ ਜੀ 2 ਲੜਕੇ ਸੀਗੇ ਤੇ 3 ਲੜਕੀਆਂ ਸੀਗੀਆਂ। ਕੰਟੀਨਿਊ ਉਹ ਬੈਠੇ ਕੰਟੀਨਿਊ ਉਹ ਉੱਪਰ ਬੈਠੇ ਆ ਜੀ। ਅੱਛਾ। ਇਹ ਉਹ ਵੀ ਇਸ ਗੱਲ ਕਰਕੇ ਵੀ ਭਾਈ ਜਦੋਂ ਅਸੀਂ +2 ਬੇਸ ਤੇ ਕੋਰਸ ਕੀਤਾ ਤਾਂ ਤੁਸੀਂ ਗ੍ਰੈਜੂਏਸ਼ਨ ਕਿੱਥੋਂ ਲੈ ਕੇ ਆਏ ਹੋ? 7 ਮਹੀਨੇ ਕਾਫੀ ਲੰਬਾ ਸਭਾ ਦਾ ਸੰਘਰਸ਼ ਚੱਲਿਆ ਤੇ ਕਿਤੇ ਨਾ ਕਿਤੇ ਜਾ ਕੇ ਅਸੀਂ ਜਿਹੜਾਗਾ +2 ਐਲੀਜੀਬਲ ਕਰਵਾ ਲਈ ਸੀ। ਤੇ ਤੁਹਾਡੀ ਜਿਵੇਂ ਹੁਣ ਤੁਸੀਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ, ਤੁਹਾਡੀ ਐਲੀਜੀਬਿਲਟੀ ਕੀ ਹੈ? ਤੁਸੀਂ ਹੁਣ ਤੱਕ ਕੀ ਐਜੂਕੇਸ਼ਨ ਕੀ ਲਈ ਹੈ? ਹੁਣ ਤੱਕ ਜੀ ਅਸੀਂ ਜਿਹੜਾ 15 ਦੇ ਵਿੱਚ ਅਸੀਂ +2 ਕੀਤੀ ਸੀ ਮੈਨੇ, ਤੇ ਉਸ ਤੋਂ ਬਾਅਦ 15-17 ITT ਦਾ ਬੈਚ ਸੀਗਾ ਤੇ ਉਸ ਤੋਂ ਬਾਅਦ ਹੁਣ ਗ੍ਰੈਜੂਏਸ਼ਨ ਕੰਪਲੀਟ ਹੈ। ਫਿਲਹਾਲ ਜਿਹੜੀ B.Ed ਹੈ ਉਹ ਚੱਲ ਰਹੀ ਹੈ। ਅੱਛਾ। ਤੇ ਟੈਟ ਪਾਸ ਕਲੀਅਰ ਕੀਤਾ? ਹਾਂਜੀ, ਟੈਟ ਕਾਫੀ ਵਾਰ ਕਲੀਅਰ ਕਰ ਚੁੱਕੇ ਹਾਂ ਜੀ। ਉਸ ਤੋਂ ਬਾਅਦ ਕਹਿੰਦੇ ਕਿ ਆਪਣੇ ਸੁਰਿੰਦਰ ਜੀ ਵੀ ਕਹਿੰਦੇ ਇੱਕ ਹੋਰ ਹੈ ਕੋਈ ਟੈਸਟ ਜਿਹੜਾ ਕੀਤਾ ਜਾਂਦਾ ਹੈ, ਉਹ ਸਾਰਿਆਂ ਦਾ ਪਾਸ ਹੈ? ਹਾਂਜੀ ਸਰ, ਉਹ ਜਿਹੜਾ ਇਹਨਾਂ ਨੇ ਦੂਸਰਾ ਟੈਸਟ ਜਿਹੜਾ ਰੱਖਿਆ ਹੈਗਾ ਸਰ, ਤਾਂ ਉਹਦੇ ਵਿੱਚ ਇੱਥੇ ਸਰਕਾਰ ਜਿਹੜੀ ਹੈ ਉਹ ਬਹੁਤ ਆਪਾਂ ਕਹਿ ਸਕਦੇ ਹਾਂ ਦੋਹਰੇ ਮਾਪਦੰਡ ਅਪਣਾ ਕੇ ਚੱਲ ਰਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਰ ਜਿਹੜੇ 5 ਸਬਜੈਕਟ ਅਸੀਂ ਪੜਾਉਣੇ ਹੈਗੇ ਆ ਉਹ ਅਸੀਂ ਫਰਸਟ ਪੇਪਰ ਜਿਹੜਾ ਹੈ ਟੀਚਰ ਐਲੀਜੀਬਿਲਟੀ ਟੈਸਟ ਹੈ ਉਸ ਦੇ ਵਿੱਚ ਮੈਥ, ਇੰਗਲਿਸ਼, ਪੰਜਾਬੀ, EVS ਜਿਹੜੇ ਹੈ ਔਰ ਸਾਈਕੋਲੋਜੀ ਜਿਹੜੀ ਹੈਗੀ ਚਾਈਲਡ ਡਿਵੈਲਪਮੈਂਟ ਜਿਹੜੀ ਉਹਨਾਂ ਦਾ ਅਸੀਂ ਟੈਸਟ ਆਲਰੇਡੀ ਦੇ ਚੁੱਕੇ ਹੈਗੇ ਆ। ਤਾਂ ਜੋ ਕੈਪਟਨ ਸਰਕਾਰ ਹੈ ਜਿਸ ਨੇ ਘਰ ਘਰ ਨੌਕਰੀ ਦਾ ਵਾਅਦਾ ਕਰਿਆ ਸੀਗਾ, ਉਹਨੇ ਆ ਕੇ ਇੱਕ ਕੰਡੀਸ਼ਨ ਜਿਹੜੀ ਹੈਗੀ ਆ ਉਹ ETT ਵਾਲੇ ਟੀਚਰਾਂ ਦੇ ਮੂਹਰੇ ਹੋਰ ਰੱਖਤੀ ਵੀ ਇਹਨਾਂ ਨੂੰ ਜਿਹੜਾ ਹੈਗਾ ਉਹ ਤੋੜਿਆ ਜਾਵੇ, ਇਹਨਾਂ ਦਾ ਸੰਘਰਸ਼ ਜਿਹੜਾ ਕਮਜ਼ੋਰ ਕਰਿਆ ਜਾਏ ਔਰ ਨਿਗੁਣੀਆਂ ਪੋਸਟਾਂ ਦਿੱਤੀਆਂ ਜਾਣ, ਘੱਟ ਪੋਸਟਾਂ ਦਿੱਤੀਆਂ ਜਾਣ। ਦੂਸਰੇ ਟੈਸਟ ਦੀ ਸ਼ਰਤ ਰੱਖਤੀ ਵੀ ਜਿਹੜੇ ਬੱਚੇ ਜਿਹੜੇ ਹੈਗੇ ਉਹ ਅਕੈਡਮੀਆਂ ਦੇ ਰਾਹ ਪੈ ਜਾਣ, ਉਹ ਘਰੇ ਬੈਠ ਕੇ ਤਿਆਰੀ ਕਰਨ ਔਰ ਸਾਡੇ ਕੋਲ ਕੋਈ ਜਿਹੜਾ ਹੈਗਾ ਉਹ ਡਿਮਾਂਡ ਹੀ ਨਾ ਕਰੇ। ਤਾਂ ਇਸ ਮਨਸਾ ਦੇ ਤਹਿਤ ਸਰ ਇਸ ਜਿਹੜੀ ਸਰਕਾਰ ਦਾ ਜੋ ਕਮਾਊ ਪੁੱਤ ਹੈਗਾ ਕੇ ਆਪਾਂ ਇਸ ਨੂੰ ਹਿਟਲਰ ਕਹਿੰਦੇ ਹੈਗੇ ਆ, ਉਹ ਸਾਡੀ ਐਜੂਕੇਸ਼ਨ ਸਿੱਖਿਆ ਦਾ ਇੰਨਾ ਜ਼ਿਆਦਾ ਉਹ ਇਨਸਾਨ ਬੁਰਾ ਹਾਲ ਕਰ ਰਿਹਾ ਹੈਗਾ, ਫਰਜ਼ੀ ਅੰਕੜੇ ਪੇਸ਼ ਕਰ ਰਿਹਾ ਔਰ ਪੰਜਾਬ ਨੂੰ ਜਿਹੜਾ ਉਹ ਤਬਾਹੀ ਦੇ ਵੱਲ ਜਿਹੜਾ ਉਹ ਧੱਕ ਰਿਹਾ ਪੰਜਾਬ ਦੇ ਫਿਊਚਰ ਨੂੰ। ਤਾਂ ਉਹ ਇਨਸਾਨ ਗਲਤ ਪਾਲਿਸੀਆਂ ਜਿਹੜੀਆਂ ਉਹ ਲੈ ਕੇ ਆ ਰਿਹਾ। ਇੱਥੇ ਹੀ ਬਸ ਨਹੀਂ ਹੈਗੀ ਸਰ, ਦੂਸਰਾ ਟੈਸਟ ਤਾਂ ਇਹਨਾਂ ਨੇ ਲਿਆ ਹੀ ਲਿਆ, ਲੇਕਿਨ ਉਹਦੇ ਵਿੱਚ ਵੀ ਜਿਹੜਾ ਹੈਗਾ ਸਾਨੂੰ ਕੁਝ ਧਾਂਦਲੀਆਂ ਨਜ਼ਰ ਆਉਣਗੀਆਂ, ਜਿਵੇਂ ਕਿ ਇਹ ਬੇਰੁਜ਼ਗਾਰ ਅਧਿਆਪਕਾਂ ਨੂੰ, ਕੱਚੇ ਅਧਿਆਪਕਾਂ ਨੂੰ, ETT ਨੂੰ ਔਰ B.Ed ਨੂੰ ਆਪਸ ਦੇ ਵਿੱਚ ਲੜਾ ਰਿਹਾ ਹੈਗਾ ਇਹ ਬੰਦਾ। ਕਿਉਂਕਿ 10 ਨੰਬਰ ਤੂੰ ਦੇ ਰਿਹਾ ਹੈਗਾ, 10 ਨੰਬਰ ਐਕਸਟਰਾ ਦੇ ਕੇ ਤੂੰ ਇੱਕ ਤਾਂ ਟੈਸਟ ਲੈ ਰਹੇ ਆ, ਤਾਂ ਇੱਕ ਸਾਈਡ ਤਾਂ ਤੁਸੀਂ ਗੱਲ ਕਰਦੇ ਹੈਗੇ ਹੋ ਆਪਣਾ ਐਜੂਕੇਸ਼ਨ ਮਿਨਿਸਟਰ ਜੋ ਹੈ ਉਹ ਕੁਆਲਿਟੀ ਆਫ ਐਜੂਕੇਸ਼ਨ ਦੀ ਗੱਲ ਕਰਦਾ ਹੈਗਾ। ਉਹ ਕਹਿੰਦਾ ਕਿ ਮੈਂ ਹਾਈ ਮੈਰਿਟ ਜੋ ਵੈਲ ਹਾਂਜੀ ਇੰਟੈਲੀਜੈਂਟ ਬੱਚੇ ਜਿਹੜੇ ਆ ਮੈਂ ਉਹ ਉਠਾ ਰਿਹਾ, ਤੇ ਇੱਕ ਪਾਸੇ ਤੋਂ 10 ਨੰਬਰ ਉਹਨਾਂ ਨੂੰ ਐਕਸਟਰਾ ਦੇ ਕੇ ਫਿਰ ਇਹ ਕਿੱਥੋਂ ਦਾ ਇਨਸਾਫ ਹੈਗਾ? ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਸਿੱਖਿਆ ਮੰਤਰੀ ਔਰ ਕੇ ਜਿਹੜੇ ਆ ਦੋਨੋਂ ਰਲ ਕੇ ਜਿਹੜਾ ਉਹ ਪੰਜਾਬ ਦੀ ਸਿੱਖਿਆ ਦਾ ਜਿਹੜਾ ਉਹ ਬੇੜਾ ਗਰਕ ਕਰ ਰਹੇ ਹੈਗੇ। ਦੂਸਰੀ ਸਾਈਡ ਸਰ ਇੱਥੇ ਇੱਕ ਚੀਜ਼ ਹੋਰ ਕਿ ਇਹ ਕੁਆਲਿਟੀ ਆਫ ਐਜੂਕੇਸ਼ਨ ਦੀ ਇੱਕ ਤਾਂ ਗੱਲ ਕਰਦੇ ਆ ਤੇ ਇੱਕ ਕਰਦੇ ਹੈਗੇ ਹਾਈ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਆ। ਤਾਂ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਕਿ ਹਾਈ ਕੁਆਲੀਫਿਕੇਸ਼ਨ ਔਰ ਟ੍ਰੇਨਡ ਕੋਰਸ ਜਿਹੜਾ ਹੈਗਾ ਉਹਦੇ ਵਿੱਚ ਅੰਤਰ ਕੀ ਹੈਗਾ। ਜਿਵੇਂ ਕਿ ਆਪਾਂ ਗੱਲ ਕਰ ਲਈਏ 10ਵੀਂ 12ਵੀਂ BA MA, ਇਹ ਤਾਂ ਹੋ ਗਈ ਸਰ ਹਾਈ ਕੁਆਲੀਫਿਕੇਸ਼ਨ ਹੋ ਗਈ। ਹੁਣ ਇਹ ETT ਔਰ B.Ed ਨੂੰ ਵੀ ਹਾਈ ਕੁਆਲੀਫਿਕੇਸ਼ਨ ਦੇ ਵਿੱਚ ਕਾਊਂਟ ਕਰ ਰਹੇ। ਤਾਂ ਭਾਈ ਦੇਖੋ ਉਹ ਜਿਹੜੇ ਹੈਗੇ ਟ੍ਰੇਨਡ ਕੋਰਸ ਹੈਗੇ ਆ, ਜੇ ਅਸੀਂ ਉੱਥੇ ਇਹਨਾਂ ਦੇ ਨਾਲ ਗੱਲ ਕਰਦੇ ਆ ਵੀ ਸਾਨੂੰ ਤੁਸੀਂ ETT ਕਰਵਾਈ, ETT ਤਾਂ ਜੀ 2 ਸਾਲਾਂ ਦੀ ਹੈਗੀ ਹੈ ਔਰ ETT ਦੇ ਵਿੱਚ ਸਰ ਅਸੀਂ 5 ਸਬਜੈਕਟ ਦੀ ਮਾਸਟਰੀ ਕਰਦੇ ਹਾਂ। B.Ed ਦੇ ਵਿੱਚ ਤੁਸੀਂ ਇੱਕ ਸਬਜੈਕਟ ਦੀ ਸਪੈਸ਼ਲ ਟ੍ਰੇਨਿੰਗ ਦੇਣੀ ਹੋ, ਮੈਥ ਵਾਲੇ ਨੂੰ ਮੈਥ ਦੀ, ਪੰਜਾਬੀ ਵਾਲੇ ਨੂੰ ਪੰਜਾਬੀ ਦੀ, ਹਿੰਦੀ ਔਰ SS ਵਾਲੇ ਨੂੰ ਉਵੇਂ ਦੇਣੀ ਹੈ। ਉੱਥੇ ਤੇ ਤੁਸੀਂ ਕਹਿੰਦੇ ਹੋ ਕਿ ਮੈਥ ਵਾਲਾ ਪੰਜਾਬੀ ਨਹੀਂ ਪੜ੍ਹਾ ਸਕਦਾ, ਪੰਜਾਬੀ ਵਾਲਾ ਹਿੰਦੀ ਨਹੀਂ ਪੜ੍ਹਾ ਸਕਦਾ। ਤਾਂ ਸਾਡੀ ਇਹੀ ਸਾਡਾ ਸਵਾਲ ਹੈਗਾ ਆਪਣੇ ਸਿੱਖਿਆ ਮੰਤਰੀ ਨੂੰ ਔਰ ਸੈਕਟਰੀ ਨੂੰ ਕਿ ਜਿਹੜਾ ਸਾਇੰਸ ਵਾਲਾ B.Ed ਵਾਲਾ ਜਾਂ ਮੈਥ ਵਾਲਾ ਜਿਹੜਾ B.Ed ਵਾਲਾ ਟੀਚਰ ਹੈਗਾ ਉਹ ਪ੍ਰਾਇਮਰੀ ਦੇ ਵਿੱਚ ਮਾਤ ਭਾਸ਼ਾ ਜਿਹੜੀ ਹੈ ਉਹ ਬੱਚੇ ਨੂੰ ਕਿਵੇਂ ਸਿਖਾਊਗਾ, ਉਹ ਰਾਸ਼ਟਰੀ ਭਾਸ਼ਾ ਹਿੰਦੀ ਜਿਹੜੀ ਹੈ ਉਹ ਕਿਵੇਂ ਸਿਖਾਊਗਾ। ਸੋ ਇਹਨਾਂ ਗੱਲਾਂ ਦਾ ਸਰ ਜਦੋਂ ਅਸੀਂ ਇਹਨਾਂ ਨਾਲ ਟੇਬਲ ਟਾਕ ਕਰਦੇ ਹਾਂ ਇਹਨਾਂ ਨੂੰ ਕੋਈ ਜਵਾਬ ਵੀ ਨਹੀਂ ਆਉਂਦਾ ਹੈਗਾ। ਪਰ ਤੁਹਾਡੀ ਕਿੰਨੀ ਕੋਈ ਗੱਲਬਾਤ ਹੋ ਚੁੱਕੀ ਹੈ ਬੇਟਾ ਸਰਕਾਰ
ਟੇਬਲ ਟੋਕ ਤਾਂ ਸਰ ਆਪਾਂ ਕਹਿ ਲਈਏ ਤਾਂ ਪਿਛਲੇ ਜਿਹੜਾ ਹੁਣ ਜਦੋਂ ਤੋਂ ਸੰਗਰੂਰ ਲਗਭਗ 6 ਮਹੀਨੇ ਹੋ ਗਏ ਮੋਰਚਾ ਸੰਗਰੂਰ ਪੱਕਾ ਮੋਰਚਾ ਚੱਲ ਰਿਹਾ। ਉਸ ਤੋਂ ਪਹਿਲਾਂ ਪੱਕਾ ਹੀ ਸੀ ਜਦੋਂ ਟੈਂਕੀ ਤੇ ਚੜ੍ਹੇ ਹਾਂਜੀ। ਸੀ, ਉਦੋਂ ਵੀ ਕੋਈ ਗੱਲਬਾਤ ਹੋਈ ਸੀ? ਹਾਂਜੀ ਉਦੋਂ ਗੱਲਬਾਤ ਹੋਈ ਸੀ, ਲੇਕਿਨ ਇਹ ਕਰੋਨਾ ਕਾਲ ਦੇ ਵਿੱਚ ਜਿਹੜਾ ਇਸ ਸਰਕਾਰ ਨੇ ਮੋਦੀ ਦੇ ਅਨੁਸਾਰ ਜਿਹੜਾ ਪਾਲਿਸੀਆਂ ਜਿਹੜੀਆਂ ਉਹ ਲਾਗੂ ਕਰ ਰਹੇ ਹੈਗੇ ਆ। ਤਾਂ ਤੁਸੀਂ ਦੇਖਿਆ ਹੋਊਗਾ ਕਿ ਕਰੋਨਾ ਕਾਲ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਸਾਥੀ ਮਣੀ ਜੀ ਨੇ ਜਿਵੇਂ ਉਹਨੇ ਦੱਸਿਆ 7 ਮਹੀਨੇ ਅਸੀਂ ਪੱਕਾ ਮੋਰਚਾ ਸੁਨਾਮੀ ਗੇਟ ਦੇ ਕੋਲ ਟੈਂਕੀ ਤੇ ਸੀਗਾ, ਅਸੀਂ ਵੀ BA ਵਾਲੀ ਸ਼ਰਤ ਲੜਵਾ ਕੇ +2 ਕਰਵਾਈ। ਲੇਕਿਨ ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਪੋਸਟਾਂ 2364 ETT ਦੇ ਨਾਮ ਤੇ ਦੇ ਕੇ ਉਹਦੇ ਵਿੱਚ ਇਹਨਾਂ ਨੇ B.Ed ਤੇ ਕੱਚੇ ਮੁਲਾਜ਼ਮ ਜਿਹੜੇ ਉਹ ਐਂਟਰ ਕਰਵਾਏ, ਮਤਲਬ ਕਿ ਗਲਤ ਪਾਲਿਸੀ ਜਿਹੜਾ ਉਹ ਲੈ ਕੇ ਆਏ। ਤੁਸੀਂ ਉਦੋਂ ਤੁਹਾਡੀ ਇੱਕ ਸ਼ਰਤ ਇਹਨਾਂ ਨੇ ਮੰਨ ਲਈ ਹੈ ਕਿ BA ਵਾਲੀ ਜਿਹੜੀ ਗ੍ਰੈਜੂਏਸ਼ਨ ਵਾਲੀ ਸ਼ਰਤ ਸੀ ਉਹਨੂੰ ਖਤਮ ਕਰਕੇ ਇਹ +2 ਤੇ ਆ ਗਏ। ਹਾਂਜੀ, ਇਹ ਤਾਂ ਤੁਹਾਡੀ ਇੱਕ ਮੰਨੀ ਗਈ ਪਹਿਲਾਂ ਜੀ। ਅੱਛਾ, ਉਸ ਤੋਂ ਬਾਅਦ ਹੁਣ ਸਮੱਸਿਆ ਇਹ ਹੈ ਕਿ ਜਿਹੜੀਆਂ ਨੇ ਪੋਸਟਾਂ ਜਾਰੀ ਕੀਤੀਆਂ, ਤੁਹਾਡਾ ਕਹਿਣਾ ਇਹ ਹੈ ਕਿ ਉਹਦੇ ਵਿੱਚ EGS ਵਾਲੇ ਤੇ B.Ed ਵਾਲੇ ਜਿਹੜੇ ਕਿ ਪਹਿਲਾਂ ਕੰਟਰੈਕਟ ਬੇਸਿਸ ਤੇ ਲੱਗੇ ਸੀ ਜਾਂ ਕੱਚੇ ਲੱਗੇ ਸੀ ਵੀ ਉਹਨਾਂ ਨੂੰ ਉਹਦੇ ਤੇ ਪੱਕਾ ਕੀਤਾ ਜਾ ਰਿਹਾ। ਤੇ ਉਹ ਵੀ ਐਜੀਟੇਸ਼ਨ ਤੇ ਨੇ ਚੰਡੀਗੜ੍ਹ ਬੈਠੇ, ਮੇਰਾ ਖਿਆਲ ਸ਼ਾਇਦ EGS ਉਹ ਮੰਗ ਕਰ ਰਹੇ ਆ ਕਿੰਨੇ, ਮੇਰਾ 25 ਨੰਬਰ ਦੀ ਕਿੰਨੇ ਦੀ ਕਰੋ। ਹਾਂਜੀ, ਉਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਜੀ। ਇਹਦੇ ਵਿੱਚ ਇੱਕ ਸਾਡੇ 2364 ਪੋਸਟਾਂ ਜਿਹੜੇ 7 ਮਹੀਨੇ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਦਿੱਤੀਆਂ ਸੀਗੀਆਂ। ਠੀਕ ਹੈ, ਇਹਨਾਂ ਨੇ ਕੀਤਾ ਟੈਟ ਸਾਲ ਆਲਰੇਡੀ ਪਹਿਲਾਂ ਕਲੀਅਰ ਸੀਗਾ। ਇਹ ਕਹਿੰਦੇ ਤੁਸੀਂ ਇੱਕ ਸੈਕਿੰਡ ਟੈਸਟ ਹੋਰ ਦਿਓ। ਸੈਕਿੰਡ ਟੈਸਟ ਆਲਰੇਡੀ ਸਾਡਾ ਵੀਰ ਨੇ ਦੱਸ ਦਿੱਤਾ ਵੀ ਸਾਡਾ ਹੋਇਆ ਸੀਗਾ। ਜਿਹੜਾ ਫਰਸਟ ਟੈਸਟ ਟੈਟ ਦੇ ਵਿੱਚ ਜਿਹੜੇ ਅਸੀਂ 5 ਸਬਜੈਕਟ ਬੱਚਿਆਂ ਨੂੰ ਪੜਾਉਣੇ ਆ ਉਹ ਸਾਰੇ ਕਵਰ ਕਰਦੇ ਸੀਗੇ, ਪਰ ਇਹਨਾਂ ਨੇ ਇੱਕ ਸੈਕਿੰਡ ਟੈਸਟ ਹੋਰ ਰੱਖਿਆ ਜਿਹੜਾ ਸਰਾਸਰ ਮੈਂ ਕਹਿੰਦਾ ਸੈਕਿੰਡ ਟੈਸਟ ਦਾ ਧੋਖਾ ਸੀ। ਉਹ ਕਿਵੇਂ ਸੀਗਾ ਜੀ? ਦੇਖੋ ਇਹਨਾਂ ਨੇ ਕੀ ਕੀਤਾ, ਸੈਕਿੰਡ ਟੈਸਟ ਆ ਜਿਹੜਾ EGS ਵਲੰਟੀਅਰ ਤੋਂ ਵੀ ਲਿਆ, ਟੈਟ ਦੀ ਉਹਨਾਂ ਨੂੰ ਛੋਟ ਦਿੱਤੀ, ਟੈਟ ਤੋਂ ਛੋਟ ਦੇ ਦਿੱਤੀ, ਜਿਹੜਾ ਟੈਟ ਤੋਂ ਛੋਟ ਦੇ ਦਿੱਤੀ, ਇਸ ਟੈਸਟ ਦੇ ਵਿੱਚ ਪਾਤਾ ਇਹ ਸਿੱਧਾ ਟੈਸਟ ਤੁਹਾਡਾ ਵੀ ETT ਵਾਲਿਆਂ ਦਾ ਵੀ ਤੇ ਉਹਨਾਂ ਦਾ ਤੁਹਾਡਾ ਇੱਕ ਸਾਂਝਾ ਟੈਸਟ ਜੀ। ਉਹਨਾਂ ਦਾ ਫਰਸਟ ਸਟੈਪ ਸੀ ਜਿਹੜਾ ਉਹਨਾਂ ਨੇ ਸਕਿਪ ਹੀ ਕਰਵਾਤਾ। ਜਿਹੜਾ ਅਸੀਂ ਫਰਸਟ ਸਟੈਪ ਟੈਟ ਕਲੀਅਰ ਕਰਕੇ ਆਏ ਸੀਗੇ ਇਸ ਜੌਬ ਦੇ ਲਈ, ਇਹਨਾਂ ਦਾ ਜਿਹੜਾ ਫਰਸਟ ਸਟੈਪ ਸੀ ਉਹ ਕਲੀਅਰ ਕਰਾ ਕੇ ਸਿੱਧਾ ਇਹਨਾਂ ਨੂੰ ਸੈਕਿੰਡ ਸਟੈਪ ਤੇ ਲਿਆਏ। ਉਹਦੇ ਵਿੱਚ ਕੀ ਕੀਤਾ, ਜਿਹਨੇ ਸੈਕਿੰਡ ਟੈਸਟ ਲਿਆ, ਸਾਡੀ ਜਿਹੜੀ ਮੈਰਿਟ ਬਣਾਈ B.Ed ਹੋਣ ਚਾਹੇ ਉਹ ਜਿਹੜੇ ਆਪਣੇ ਵਲੰਟੀਅਰ ਹੋਣ, ਇਹਨਾਂ ਦੀ ਮੈਰਿਟ ਇਕੱਠੀ ਬਣਾਈ, ਜਿਹਦਾ ਸਾਰਾ ਲਾਸ ਆ ETT ਕੈਂਡੀਡੇਟ ਨੂੰ। ਕਿਉਂ? ਇਹ ਤਾਂ ਇਹਨਾਂ ਨੇ ਇੱਕ ਮਿੰਨੀ ਬੱਸ ਬਣਾਤੀ ਜੀ, PRTC ਦੀ ਮਿੰਨੀ ਬੱਸ ਬਣਾਤੀ। ਕਹਿੰਦੇ ਜਿਹਦਾ ਜੀ ਕਰਦਾ ਆ ਜਾਓ, ਚਾਹੇ ਉਹ ਵਲੰਟੀਅਰ ਹੋਣ ਉਹ ਵੀ ਇਹਦੇ ਵਿੱਚ ਆਉਣ, ਚਾਹੇ ਇਹਦੇ ਜਿਹੜੇ B.Ed ਵਾਲੇ ਹੋਣ ਉਹ ਵੀ ਇਹਦੇ ਵਿੱਚ ਆਉਣ। ਜਿਹਦਾ ਸਭ ਤੋਂ ਵੱਡਾ ਲਾਸ ਆ ਜਿਹੜਾ ETT ਕੈਡਰ ਨੂੰ ਹੋਇਆ, ਕਿਉਂਕਿ ਜਿਹੜੇ B.Ed ਕੈਂਡੀਡੇਟ ਸੀ ਸਪੈਸ਼ਲ ਮੈਥ ਸਾਇੰਸ ਵਾਲੇ ਸੀਗੇ, ਉਹ ਕੈਂਡੀਡੇਟ ਜ਼ਿਆਦਾ ਜਿਹੜੇ ਹੈਗੇ ਇਹਦੇ ਜਿਹੜੀਆਂ ਪੋਸਟਾਂ ਦੇ ਵਿੱਚ ਟੈਸਟ ਦੇ ਵਿੱਚ ਜ਼ਿਆਦਾ ਮਾਰਕਸ ਲੈ ਗਏ। ਉਸ ਤੋਂ ਜਿਹੜੇ ਵਲੰਟੀਅਰ ਸੀ ਕਹਿੰਦੇ ਜੀ ਉਹਨਾਂ ਨੂੰ ਫਰਸਟ ਸਟੈਪ ਕਲੀਅਰ ਕਰਾਇਆ ਹੀ ਤੇ ਨਾਲ 10 ਨੰਬਰ ਹੋਰ ਐਕਸਟਰਾ ਦਿੱਤੇ। ਕਿਉਂ ਦਿੱਤੇ ਵੀ 10 ਨੰਬਰ? ਕੁਐਸਚਨ ਬਣਦਾ ਪੰਜਾਬ ਸਰਕਾਰ ਨੂੰ, ਜਦੋਂ ਅਸੀਂ ਪੁੱਛਦੇ ਹਾਂ ਮੀਟਿੰਗਾਂ 'ਚ ਜਾ ਕੇ, ਕਹਿੰਦੇ ਆ ਜੀ ਸਾਡੇ ਮੁੱਖ ਮੰਤਰੀ ਦਾ ਫੈਸਲਾ। ਕਿਉਂ? ਇੱਕ ਤਾਂ ਅਸੀਂ ਟੈਸਟ ਕਲੀਅਰ ਕਰਕੇ ਆਏ ਆ, ਫਰਸਟ ਸਟੈਪ ਕਲੀਅਰ ਕਰਕੇ ਆਏ ਆ, ਉਧਰੋਂ ਫਰਸਟ ਸਟੈਪ ਸਕਿਪ ਕਰਕੇ ਆਏ ਤੇ 10 ਨੰਬਰ ਵੀ ਦੇਤੇ। ਹਾਲਾਂਕਿ 10 ਨੰਬਰ ਸਾਨੂੰ ਦੇਣੇ ਬਣਦੇ ਸੀ। ਕਿਉਂ? ਫਰਸਟ ਸਟੈਪ ਕਲੀਅਰ ਕੀਤਾ। ਉਹਦੇ ਕਰਕੇ ਦੇਖੋ ਜੀ ਉਹਨਾਂ ਦਾ ਜਿਹੜਾ EGS ਵਲੰਟੀਅਰ ਨੇ ਜਿਨ੍ਹਾਂ ਦੇ 55 ਨੰਬਰ ਨੇਗੇ, 10 ਉਹ ਇਹ ਲੈ ਕੇ 65 + 5 ਉਹਨਾਂ ਨੂੰ ਗ੍ਰੈਜੂਏਸ਼ਨ ਦੇ ਮਿਲ ਗਏ, 15 ਨੰਬਰ ਉਹਨਾਂ ਨੂੰ ਐਕਸਟਰਨਲ ਮਿਲ ਕੇ ਉਹ ਆਪਦੀ ਸਕਰੂਟਨੀ ਕਰਾਈ ਬੈਠੇ ਨੇ। ਅਸੀਂ ਜਿਹੜੇ ਆਂਗੇ ਸਾਡੇ 55 ਨੰਬਰ ਦੇ ਟੈਸਟ ਚੋਂ ਨੇ ਜਾਂ ਫਿਰ 57 ਨੰਬਰ ਨੇ, ਅਸੀਂ ਉਹਨਾਂ ਨਾਲੋਂ ਅੱਗੇ ਆਂਗੇ, ਪਰ ਫਿਰ ਵੀ ਰੱਖ ਕਿੰਨਾਂ ਨੂੰ ਰਹੀ ਹੈ ਸਰਕਾਰ? ਆਪਦੇ ਚਹੇਤਿਆਂ ਨੂੰ ਰੱਖ ਰਹੀ ਹੈ, EGS ਵਲੰਟੀਅਰ ਨੂੰ ਰੱਖ ਰਹੀ ਆ। ਹਾਲਾਂਕਿ EGS ਵਲੰਟੀਅਰ ਨੇ ਜਿਹੜੇ ਜਿੰਨੇ ਵੀ ਸਿੱਖਿਆ ਪ੍ਰੋਵਾਈਡਰ ਨੇ, ਇਹਨਾਂ ਦੇ 8400 ਪੋਸਟਾਂ ਆਉਂਦੀਆਂ NTT 'ਚ ਆਈਆਂ ਹੋਈਆਂ। ਅੱਛਾ, ਉਹਨਾਂ ਨੂੰ ਸਿੱਧਾ ਪੱਕੇ ਕਰ ਦਵੇ, ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹਨਾਂ ਨੂੰ ਸਿੱਧਾ ਉਹਨਾਂ ਦੀਆਂ ਪੋਸਟਾਂ ਦਵੇ। ਸਾਡੀਆਂ ਪੋਸਟਾਂ ਦੇ ਵਿੱਚ ਡਾਕਾ ਕਿਉਂ ਮਾਰਿਆ ਜਾ ਰਿਹਾ? B.Ed ਜਿਹੜੇ ਆਪਣੇ B.Ed ਵਾਲੇ ਨੇਗੇ, ਉਹਨਾਂ ਦੀਆਂ ਆਪਦੀਆਂ 3704 ਜਿਹੜੀਆਂ ਪੋਸਟਾਂ ਪਹਿਲਾਂ ਵੀ ਆਈਆਂ ਤੇ ਹੁਣ ਵੀ ਬੈਕਲੌਗ ਇਹਨਾਂ ਨੇ ਪੋਸਟਾਂ ਕੱਢੀਆਂ, 2 ਵਾਰ ਹੁਣ ਪੋਸਟਾਂ ਕੱਢਤੀਆਂ, 17 ਦੇ ਵਿੱਚ ਵੀ ਪਹਿਲਾਂ ਪੋਸਟਾਂ ਕੱਢੀਆਂ। B.Ed ਦੀ ਤੀਜੀ ਭਰਤੀ ਜਿਹੜੀ ਆ ਹੁਣ ਚੱਲ ਰਹੀ ਆ, 2 ਕੰਪਲੀਟ ਹੋ ਚੁੱਕੀਆਂ। ਉਹਨਾਂ ਨੂੰ ਆਪਦਿਆਂ ਦੇ ਵਿੱਚ ਮੌਕਾ ਦੇਣ ਵੀ ਸਾਡੇ ਹੱਕਾਂ ਤੇ ਕਿਉਂ ਡਾਕਾ ਮਾਰ ਰਹੇ ਆ? ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਆ ਇਸੇ ਗੱਲ ਕਰਕੇ ਵੀ ਭਾਈ ਸਾਨੂੰ 2364 ਪੋਸਟਾਂ ਦੇ ਵਿੱਚੋਂ ETT ਦੀਆਂ ਨੇ, ETT ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਵੇ, ਸਾਡਾ ਰਾਈਟ ਬਣਦਾਗਾ। ਜੇ ਤੁਹਾਡੇ ਪੋਸਟਾਂ ਫਿਰ ਬਾਈਦੀਆਂ ਮੰਨ ਲਓ ਪੂਰੇ ਨਹੀਂ ਹੁੰਦੇ ਕੈਂਡੀਡੇਟ, ਫਿਰ ਦੂਜੀ ਚੱਲੇ। ਬਿਲਕੁਲ ਇਹੀ ਸਰਕਾਰ ਦੀ ਸੈਂਟਰ ਸਰਕਾਰ ਦੀ ਪਾਲਿਸੀ ਹੈਗੀ ਵੀ ਜੇ ETT ਦੇ ਪਹਿਲਾਂ ਇੱਕ ਸੀਗਾ ਜੀ, ਦੇਖੋ ਕਹਿੰਦੇ ਜਦੋਂ ETT ਚ ਘੱਟ ਹੁੰਦੇ ਸੀ ਕਿਉਂਕਿ ਸਿਰਫ ਡਾਈਟਾਂ ਦੇ ਵਿੱਚ ETT ਕਰਵਾਈ ਜਾਂਦੀ ਸੀਗੀ, ਤਾਂ ਉਦੋਂ ਕੀ ਸੀ ਜਦੋਂ ETT ਵਾਲੇ ਕੈਂਡੀਡੇਟ ਖਤਮ ਹੋ ਜਾਂਦੇ ਸੀ, ਐਲੀਜੀਬਲ ਕੈਂਡੀਡੇਟ, ਉਸ ਤੋਂ ਬਾਅਦ B.Ed ਨੂੰ ਵਿਚਾਰ ਲਿਆ ਜਾਂਦਾ ਸੀ। ਪਰ ਇਸ ਵਾਰ ਸਰਕਾਰ ਨੇ ਦੇਖੋ ਜੀ ਕਿੰਨਾ ਵੱਡਾ ਜਿਹੜਾ ਸਾਡੇ ਤੇ ਬਦਸਲੂਕੀ ਕਹਿ ਸਕਦੇ ਆਂਗੇ ਜਾਂ ਫਿਰ ਕਿੰਨਾ ਵੱਡਾ ਅਨਿਆਏ ਕੀਤਾਗਾ ਵੀ ਭਾਈ ਇਕੁਅਲੀ ਵਿਚਾਰਨ ਲੱਗੇ। ETT ਵਾਲੇ ਕੈਂਡੀਡੇਟ ਤਾਂ ਪਿੱਛੇ ਹੀ ਰਹਿ ਗਏ। ਤੁਸੀਂ ਖੁਦ ਦੇਖ ਸਕਦੇ ਹੋ ਜੀ, ਪਹਿਲੀ ਤੋਂ ਲੈ ਕੇ 5ਵੀਂ ਤੱਕ ਜਿਹੜੀ ਅਸੀਂ ਸਾਈਕੋ ਪੜ੍ਹੀ ਆ ਬੱਚਿਆਂ ਦੀ, ਤੇ ਉਹ ਵਾਲੀ ਉਹਨਾਂ ਨੇ ਜਿਹੜੀ ਹੈਗੀ ਅਗਲੀ ਜਿਹੜੀ ਅਡੋਲਸੈਂਸ ਤੋਂ ਬਾਅਦ ਪ੍ਰੌੜ ਅਵਸਥਾ ਦਾ ਉਹ ਪੜਿਆ। ਤੁਸੀਂ ਖੁਦ ਦੇਖੋ ਵੀ ਪ੍ਰੌੜ ਅਵਸਥਾ ਵਾਲੇ ਬੱਚਿਆਂ ਦੀ ਸਾਈਕੋ ਸਮਝ ਹੀ ਨਹੀਂ ਸਕਦੇ।
ਸਰਕਾਰ ਕਿੰਨਾ ਵੱਡਾ ਜਿਹੜਾਗਾ ਲਾਸ ਆ ਜਾਂ ਫਿਰ ਸਾਡੇ ਨਾਲ ਕਿੰਨਾ ਵੱਡਾ ਧੱਕਾ ਜਿਹੜਾ ਉਹ ਕਰ ਰਹੀ ਹੈਗੀ ਜੀ। ਨਹੀਂ, ਇਹਦੇ ਚ ਹੁਣ ਜਿਹੜੇ EGS ਵਾਲੇ ਬੈਠੇ ਆ ਉਹਨਾਂ ਦੀ ਮੰਗ ਹੈ ਕਿ ਉਹ ਮੇਰੇ ਖਿਆਲ 25 ਨੰਬਰ ਮੰਗ ਰਹੇ ਆ। ਹਾਂਜੀ, ਤੇ ਜੇਕਰ ਉਹਨਾਂ ਦੀ ਸਰਕਾਰ ਮੰਨ ਲੈਂਦੀ ਹੈ ਕਿ ਤੁਹਾਨੂੰ 25 ਨੰਬਰ ਅਸੀਂ ਐਕਸਟਰਾ ਦੇ ਦਿੰਦੇ ਆ, ਉਹਨੇ ਮੰਗ 25 ਤੇ ਚੱਲ ਰਹੀ ਹੈ ਨਾ, ਜੀ ਤਾਂ ਫੇਰ ਤਾਂ ਇਹਦਾ ਮਤਲਬ ਕਿ ਤੁਹਾਡਾ 80 ਦੇ ਨੰਬਰ ਆ ਹੀ ਨਹੀਂ ਸਕਦਾ ਕਿਉਂਕਿ ਉਹ ਇੰਨੇ ਹਾਈ ਮਾਰਕਸ ਦੇ ਉੱਪਰ ਚਲੇ ਜਾਂਦੇ। ਬਿਲਕੁਲ ਸਰ, ਤੁਸੀਂ ਇੱਕ ਗੱਲ ਹੋਰ ਦੇਖੋ ਜੀ, ਇਹ 100 ਨੰਬਰ ਦਾ ਟੈਸਟ ਸਾਡਾ ਜਿਹੜਾ ਐਕਸਟਰਾ ਲੈਂਦੇ ਨੇ ਹੈ ਨਾ ਜੀ, ਸੈਕਿੰਡ ਟੈਸਟ ਨੂੰ ਬੋਲਦੇ ਟੈਸਟ ਚੋਂ ਇਹਨਾਂ ਨੂੰ ਛੋਟ ਦੇ ਦਿੱਤੀ। ਹੁਣ ਤੁਸੀਂ ਪੇਪਰ ਆ ਜਿਹੜਾ ਇਹ 50 ਨੰਬਰ ਦਾ, ਚਲੋ ਇਸ ਤਰ੍ਹਾਂ ਦਾ ਪਾਉਂਦੇ ਹੁੰਦੇ ਲਗਭਗ ਸਭ ਦੇ ਆ ਜਾਣ, 25 ਨੰਬਰ ਦਾ ਗੈਪ ਅਸੀਂ ਕਲੀਅਰ ਹੀ ਨਹੀਂ ਕਰ ਸਕਦੇ। ਠੀਕ ਹੈ ਜੀ, 25 ਨੰਬਰ ਦਾ ਗੈਪ ਬਹੁਤ ਵੱਡਾ, ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤਾਂ ਇੱਕ ਨੰਬਰ ਆ ਜਿਹੜਾ ਉਹ ਵੀ ਮਾਇਨੇ ਰੱਖਦਾ ਹੁੰਦਾ, ਉਹਦੇ ਵਿੱਚ ਵੀ ਡੇਟ ਆਫ ਬਰਥਾਂ ਦੀ ਮੈਰਿਟ ਬਣ ਜਾਂਦੀ ਆ, ਕਾਫੀ ਹੱਦ ਤੱਕ ਤੁਹਾਨੂੰ ਪਤਾ ਹੀ ਹੈਗਾ ਜੀ। ਇਹ ਜਿਹੜੇ ਸਰ ਲੱਗੇ ਹੋਏ ਆ ਜਿਹੜੇ ਗੱਲ ਇੱਥੇ ਸਰ ਹੋਰ ਕਲੀਅਰ ਕਰਨੀ ਸੀ, ਜਿਹੜੇ 25 ਨੰਬਰ ਦਾ ਇਹ ਹਵਾਲਾ ਦੇ ਰਹੇ ਹੈਗੇ ਆ ਯੂਪੀ ਦੇ ਵਿੱਚ, ਐਕਚੁਅਲ ਦੇ ਵਿੱਚ ਉਹਨਾਂ ਨੇ ਕਰਿਆ ਸੀਗਾ, ਪਰ ਉਹਦਾ ਇੱਥੇ ਥੋੜਾ ਜਿਹਾ ਕਲੀਅਰ ਕਰਦੇ ਆ, ਉਹ 300 ਨੰਬਰ ਦਾ ਪੇਪਰ ਸੀਗਾ ਸਰ। 300 ਦੇ ਮਗਰੋਂ ਮਤਲਬ ਕਿ ਉਹ 25 ਦੇ ਰਹੇ ਸੀਗੇ, ਤਾਂ 300 ਦੇ ਮਗਰੋਂ ਮਤਲਬ ਕਿ ਆਪਾਂ ਜੇ ਉਵੇਂ ਗੱਲ ਕਰ ਲਈਏ ਤਾਂ 300 ਦੇ ਹਿਸਾਬ ਨਾਲ ਮਤਲਬ 8.5 ਨੰਬਰ ਹੁੰਦੇ ਹੈਗੇ 8 16 ਤੇ ਰੇਸ਼ੋ ਦੇ ਹਿਸਾਬ ਦੇ ਨਾਲ। ਹਾਂ, ਰੇਸ਼ੋ ਦੇ ਹਿਸਾਬ ਨਾਲ ਉਹ 300 ਦਾ ਪੇਪਰ ਸੀ, ਮਤਲਬ ਕਿ ਉਸ ਹਿਸਾਬ ਨਾਲ ਤਾਂ ਪੰਜਾਬ ਸਰਕਾਰ ਇਹਨਾਂ ਨੂੰ ਆਲਰੇਡੀ 10 ਨੰਬਰ ਦੇ ਚੁੱਕੀ ਹੈ। ਪੰਜਾਬ ਸਰਕਾਰ ਦਾ 100 ਨੰਬਰ ਦਾ, ਹਾਂਜੀ ਪੰਜਾਬ ਸਰਕਾਰ ਦਾ 100 ਨੰਬਰ ਉਹਨਾਂ ਦਾ 300 ਦਾ ਸੀ, ਉਹਨਾਂ ਦਾ 300 ਦੇ ਹਿਸਾਬ ਦੇ ਨਾਲ ਉਹਨਾਂ ਨੂੰ 25 ਦਿੱਤੇ ਤਾਂ ਇਹਨਾਂ ਨੂੰ ਵੱਧ ਦਿੱਤੀ ਬੈਠੇ ਵੱਧ ਦਿੱਤੀ ਬੈਠੇ। ਪਰ ਇੱਥੇ ਸਰ ਅਸੀਂ ਇਨਸਾਫ ਪਸੰਦ ਹੈਗੇ ਆ, ਅਸੀਂ ਬਿਲਕੁਲ ਸਪਸ਼ਟ ਕਰ ਰਹੇ ਹਾਂ ਕਿ ਸਰਕਾਰ ਜਿਹੜਾ ਹੈਗਾ ਉਹ ਆਪਸ ਦੇ ਵਿੱਚ ਬੇਰੁਜ਼ਗਾਰਾਂ ਨੂੰ ਲੜਾਵੇ ਨਾ, 10 ਨੰਬਰ ਦਾ ਹਵਾਲਾ ਉਹਨਾਂ ਨੂੰ ਦੇ ਕੇ। ਤੇ ਇੱਥੇ ਅਸੀਂ ਕੱਚੇ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦੇ ਹੈਗੇ ਕਿ ਭਾਈ ਤੁਸੀਂ ਜਿਹੜਾ ਹੈਗਾ ਜਿੱਥੇ ਤੁਹਾਡੀ 8393 ਆਈ ਹੈ ਉੱਥੇ ਅਸੀਂ ਤੁਹਾਡੇ ਨਾਲ ਖੜੇ ਆ, ਅਸੀਂ ਵੀ ਤੁਹਾਡਾ ਸਾਥ ਦਿੰਦੇ ਹੈਗੇ। ਤੁਸੀਂ 8393 ਦੀ ਥਾਂ ਤੇ 12 ਜਾਂ 13000 ਪੋਸਟਾਂ 3 ਤੋਂ 4000 ਦੀ ਹੋਰ ਡਿਮਾਂਡ ਕਰੋ, ਤੁਹਾਨੂੰ ਸਾਰਿਆਂ ਨੂੰ ਸਰਕਾਰ ਇੱਕ ਵਧੀਆ ਪ੍ਰੋਟੋਕੋਲ ਦੇ ਤਹਿਤ ਤੁਹਾਨੂੰ ਪੱਕਾ ਕਰੇ, ਨਾ ਕਿ ਤੁਸੀਂ 10 ਜਾਂ 25 ਨੰਬਰ ਦੀ 10 ਨੰਬਰ ਦੀ ਵੀ ਡਿਮਾਂਡ ਕਰ ਰਹੇ ਹੋ, ਜੇ 25 ਦੀ ਕਰ ਰਹੇ ਹੋ, ਫਿਰ ਵੀ ਤੁਹਾਡੇ ਸਾਰੇ ਸਾਥੀ ਜਿਹੜੇ ਉਹ ਸੈੱਟ ਨਹੀਂ ਹੋਣ ਵਾਲੇ ਹੈਗੇ। ਕਿਉਂਕਿ ਇਹਨਾਂ ਨੇ ਸਰ ਇੱਕ ਸ਼ਰਤ ਰੱਖੀ ਸੀ ਐਂਟੀਟੀ ਦੀ, ਤਾਂ ਐਂਟੀਟੀ ਜਿਹੜੀ ਆ ਉਹ ਲਗਭਗ 6800 ਕੈਂਡੀਡੇਟ ਨੇ ਕਰੀ ਹੈਗੀ ਹੈ, ਕਿਉਂਕਿ ਉਸ ਸਮੇਂ ਇਹਨਾਂ ਦੇ ਵੀ ਕੱਚੇ ਮੁਲਾਜ਼ਮਾਂ ਦੇ ਵੀ ਕੁਝ ਗਰੁੱਪ ਸੀਗੇ, ਤਾਂ ਕੁਝ ਗਰੁੱਪਾਂ ਨੇ ਉਹ ਐਂਟੀਟੀ ਕੀਤੀ ਨਹੀਂ ਹੈਗੀ, ਤਾਂ ਜਿਨ੍ਹਾਂ ਨੇ ਐਂਟੀਟੀ ਕੀਤੀ ਨਹੀਂ ਹੈਗੀ ਸਰ ਉਹ ਤਾਂ ਫਿਰ ਵੀ ਹੁਣ ਮਤਲਬ ਕਿ ਐਲੀਜੀਬਲ ਨਹੀਂ ਹੈਗੇ। ਸੋ ਇੱਥੇ ਕੱਚੇ ਮੁਲਾਜ਼ਮਾਂ ਨੂੰ ਵੀ ਆਪਣੇ ਨਾਲ ਵਾਲੇ ਜਿਹੜੇ ਉਹਨਾਂ ਦੇ ਸੰਘਰਸ਼ੀ ਸਾਥੀ ਹੈਗੇ ਆ ਤੇ ਜਿਨ੍ਹਾਂ ਨੇ ਪੁਰਾਣੇ ਸਮੇਂ ਤੋਂ ਇਹਨਾਂ ਸੰਘਰਸ਼ ਕਰਿਆ ਹੈਗਾ, ਉਹ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਣ ਔਰ ਗਲਤ ਟਰੈਕ ਤੇ ਨਾ ਚੱਲਣ। ਸਰਕਾਰ ਜਿਹੜਾ ਹੈਗਾ ਉਹ ਝੁਕੀ ਬੈਠੀ ਹੈਗੀ ਹੈ, ਉਹ ਡਿਮਾਂਡ ਕਰਨ ਕਿ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਉਹ ਇੱਕ ਵਧੀਆ ਪ੍ਰੋਟੋਕੋਲ ਦੇ ਤਹਿਤ ਜਿਹੜਾ ਹੈਗਾ ਸਾਨੂੰ ਭਰਤੀ ਕਰਨ, ਨਾ ਕਿ 25 ਨੰਬਰ ਦੇਣ ਜਾਂ 10 ਨੰਬਰ ਦੇ ਕੇ ਸਾਡਾ ਕਿਸੇ ਹੋਰ ਕੈਟਾਗਰੀ ਦੇ ਵਿੱਚ ਸਾਡਾ ਵਿਰੋਧ ਜਿਹੜਾ ਉਹ ਕਰਨ। ਹੁਣ ਤੁਸੀਂ ਇੰਨੇ ਲੰਬੇ ਸਮੇਂ ਤੋਂ ਤੁਹਾਡਾ ਸੰਘਰਸ਼ ਚੱਲ ਰਿਹਾ, ਇਸ ਸੰਘਰਸ਼ ਦੇ ਦੌਰਾਨ ਤੁਹਾਡੇ ਤੇ ਕੇਸ ਵੀ ਦਰਜ ਕੀਤੇ ਗਏ ਹੋਣੇ, ਕਿੰਨੇ ਕੁ ਕੇਸ ਦਰਜ ਕੀਤੇ ਆ? ਇਹ ਤਾਂ ਜੀ ਤੁਸੀਂ ਖੁਦ ਦੇਖ ਸਕਦੇ ਹੋ, ਪਰਚੇ ਨਹੀਂ ਸਾਡੇ ਲਈ, ਪਰਚੀਆਂ ਨੇ। ਜਦੋਂ ਵੀ ਅਸੀਂ ਪ੍ਰੋਟੈਸਟ ਕਰਨਾ ਸਾਡੇ ਦੇ ਨਾਲ ਜਿਹੜਾ ਇੱਕ ਪਰਚਾ ਹੈਗਾ ਉਹ ਬਣ ਹੀ ਜਾਂਦਾ, ਉਹ ਬਣ ਜਾਂਦਾ ਜੀ। ਤੇ ਜਿੱਥੇ ਵੀ ਹੁਣ ਪ੍ਰੋਟੈਸਟ ਕਰਦੇ ਹੋ ਤੁਹਾਡੇ ਨਾਲ ਉਦੋਂ ਲਾਠੀ ਚਾਰਜ ਕੀਤਾ ਜਾਂਦਾ, ਪਾਣੀ ਦੀਆਂ ਪਛਾਣਾਂ ਛੱਡੀਆਂ ਜਾਂਦੀਆਂ, ਉਸ ਮੌਕੇ ਤੇ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਖਾਸ ਪੁਲਿਸ ਦਾ ਰੋਲ ਆ, ਪੁਲਿਸ ਦਾ ਰੋਲ ਕਿਸ ਤਰ੍ਹਾਂ ਤੁਹਾਡੇ ਕੋਲ? ਪੁਲਿਸ ਦਾ ਜਿਹੜਾ ਰੋਲ ਹੈਗਾ ਸਰ, ਦੇਖੋ ਸਾਰੇ ਇਨਸਾਨ ਨਾ ਤਾਂ ਆਪਾਂ ਕਹਿ ਸਕਦੇ ਹਾਂ ਚੰਗੇ ਹੁੰਦੇ ਆ ਔਰ ਨਾ ਹੀ ਸਾਰੇ ਇਨਸਾਨ ਜਿਹੜੇ ਉਹ ਮਾੜੇ ਹੁੰਦੇ ਹੈਗੇ। ਤਾਂ ਇਹਦੇ ਵਿੱਚ ਜਿਹੜਾ ਹੈਗਾ ਚਲੋ ਉਹਨਾਂ ਦੀ ਸਰਕਾਰੀ ਡਿਊਟੀ ਬਣਦੀ ਹੈ, ਉਹ ਸਰਕਾਰੀ ਡਿਊਟੀ ਨਿਭਾ ਰਹੇ ਹੈਗੇ ਆ, ਪਰ ਇੱਥੇ ਨਾਲ ਦੀ ਨਾਲ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਰੋਲ ਕਹਿ ਸਕਦੇ ਹਾਂ ਬਹੁਤਾ ਹਾਂ ਪੱਖੀ ਵੀ ਨਹੀਂ ਹੈਗਾ। ਠੀਕ ਹੈ, ਉਹਨਾਂ ਨੇ ਸਰਕਾਰੀ ਉਹ ਸਾਡੇ ਸੁਸਾਇਟੀ ਦੀ ਸੁਰੱਖਿਆ ਦੇ ਵਾਸਤੇ ਬਣਾਏ ਗਏ ਆ, ਤਾਂ ਅਸੀਂ ਕੋਈ ਉੱਥੇ ਚੋਰੀ ਕਰਨ ਨਹੀਂ ਜਾਂਦੇ ਜਾਂ ਅਸੀਂ ਕੋਈ ਪੰਜਾਬ ਦੇ ਮੁੱਖ ਮੰਤਰੀ ਦਾ ਮੋਤੀ ਮਹਿਲ ਦਾ ਘਰਾਓ ਕਰਨ ਜਾਂਦੇ ਸਮੇਂ ਕੋਈ ਅਸੀਂ ਕਤਲ ਕਰਨ ਨਹੀਂ ਜਾ ਰਹੇ ਹੁੰਦੇ ਹੈਗੇ। ਹਾਂਜੀ, ਤੁਹਾਡੀ ਡਿਊਟੀ ਹੈ, ਤੁਸੀਂ ਆਪਣੀ ਡਿਊਟੀ ਨਿਭਾਓ, ਪਰੰਤੂ ਇਸ ਡਿਊਟੀ ਦੇ ਦਰਮਿਆਨ ਤੁਹਾਨੂੰ ਆਰਡਰ ਵੀ ਹੁੰਦਾ। ਠੀਕ ਹੈ, ਲਾਠੀ ਚਾਰਜ ਵੀ ਤੁਸੀਂ ਕਰਨਾ ਹੁੰਦਾ ਹੈ, ਪਰ ਜਿਹੜਾ ਲਾਠੀ ਚਾਰਜ ਹੈ ਉਹ ਜਾਨਵਰਾਂ ਵਾਂਗ ਇਹ ਨਹੀਂ ਦੇਖਣਾ ਗਾ ਕਿ ਇਹ ਅਸੀਂ ਕਿੱਥੇ ਮਾਰ ਰਹੇ ਹੈਗੇ ਆ, ਇਹ ਅਸੀਂ ਲੜਕੇ ਨੂੰ ਮਾਰ ਰਹੇ ਹਾਂ ਕਿ ਅਸੀਂ ਲੜਕੀ ਨੂੰ ਮਾਰ ਰਹੇ ਹੈਗੇ। ਔਰ ਕਈ ਵਾਰ ਮਾਵਾਂ ਔਰ ਭੈਣਾਂ ਦੀਆਂ ਗਾਲਾਂ ਦੇਣੀਆਂ, ਬਦਸਲੂਕੀ ਕਰਨੀ, ਇਹੋ ਜਿਹੇ ਗਲਤ ਸ਼ਬਦਾਂ ਦੀ ਵਰਤੋਂ ਕਰਨੀ, ਸ਼ਬਦਾਵਲੀ ਦੀ ਵਰਤੋਂ ਕਰਨੀ, ਜਿਹੜੀ ਕਿ ਬਹੁਤ ਹੀ ਗਲਤ ਗੱਲ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਦੀ ਵੀ ਹੈਗੀ ਹੈ। ਔਰ ਕਈ ਵਾਰੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਹੈਗੀਆਂ ਉਹਨਾਂ ਨੂੰ ਵੀ ਘਸੀਟ ਕੇ ਜਿਹੜਾ ਹੈਗਾ ਉਹ ਬੱਸਾਂ ਦੇ ਵਿੱਚ ਜਿਹੜਾ ਹੈਗਾ ਉਹ ਪਾਇਆ ਜਾਂਦਾ। ਜਦੋਂ ਮੰਤਰੀ ਆਉਣਾ ਹੁੰਦਾ ਹੈ ਅਕਸਰ ਦੇਖਿਆ ਜਾਂਦਾ ਕਿ ਇੱਥੇ ਪੱਕੇ ਤੌਰ ਤੇ ਸੰਗਰੂਰ ਮੋਰਚਾ ਲਾਇਆ ਹੋਇਆ, ਤੇ ਉਹ ਜਦੋਂ ਵੀ ਇੱਥੇ ਮੰਤਰੀ ਆਉਣਾ ਹੁੰਦਾ ਤਾਂ ਉਦੋਂ ਪੁਲਿਸ ਵਾਲੀ ਬਣਾ ਦਿੰਦੇ ਆ ਵੀ ਇਹਦੀ ਜ਼ਿਆਦਾ ਸਿਕਿਉਰਿਟੀ ਉਹਦੀ ਟਾਈਟ ਕੀਤੀ ਜਾਂਦੀ ਹੈ।
ਤੇ ਤੁਹਾਡਾ ਜਦੋਂ ਉਹਨਾਂ ਦਾ ਸਾਹਮਣਾ ਹੁੰਦਾ ਹੈ, ਸੁਣਨ ਵਿੱਚ ਆਇਆ ਕਿ ਜਿਹੜਾ ਮੰਤਰੀ ਹੈ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਵੀ ਉਹਨਾਂ ਜਿਹੜਾ ਬਿਹੇਵੀਅਰ ਹੈ ਨੌਜਵਾਨਾਂ ਪ੍ਰਤੀ, ਬੇਰੁਜ਼ਗਾਰਾਂ ਪ੍ਰਤੀ ਜਾਂ ਅਧਿਆਪਕਾਂ ਪ੍ਰਤੀ ਵੀ ਉਹ ਬਹੁਤਾ ਵਧੀਆ ਨਹੀਂ, ਉਹਨਾਂ ਦੇ ਜਿਹੜੀ ਉਹਨਾਂ ਦੇ ਬੋਲ ਬਾਣੀ ਹੈ ਜਾਂ ਉਹਨਾਂ ਦੇ ਗੱਲ ਕਰਨ ਦਾ ਅੰਦਾਜ਼ਾ ਵੀ ਠੀਕ ਨਹੀਂ ਗਾ। ਕਦੇ ਤੁਹਾਡੇ ਨਾਲ ਇਸ ਤਰ੍ਹਾਂ ਸਿੱਧਾ ਆਮੋ ਸਾਹਮਣਾ ਹੋਇਆ ਕਦੇ ਜਥੇਬੰਦੀ ਨਾਲ? 2017 ਦੇ ਵਿੱਚ ਜਦੋਂ ਜਿਹੜੀ ਕੈਪਟਨ ਸਰਕਾਰ ਆਈ ਹੈ ਹਾਂ। ਤਾਂ ਮੇਰੇ ਘਰਦਿਆਂ ਨੇ ਖੁਦ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਾਂਗਰਸ ਨੂੰ, ਕਿਉਂਕਿ ਅਸੀਂ ਪਰਿਵਾਰ ਤੋਂ ਕਾਂਗਰਸੀ ਵੱਜਦੇ ਹਾਂ। ਪਰ ਇੱਕ ਗੱਲ ਦੇਖੋ ਜੀ, ਅਸੀਂ ਜਿਹੜਾ ਜਥੇਬੰਦੀ ਦੇ ਵਿੱਚ ਜਿਹੜਾ ਜੁੜੇ ਆਂਗੇ, ਅਸੀਂ ਸਿਰਫ ਇਹਨਾਂ ਨੂੰ ਇੱਕ ਸਵਾਲ ਪੁੱਛਣਾ ਸੀ। ਪਿਛਲੇ 2-3 ਦਿਨ ਪਹਿਲਾਂ ਅਸੀਂ ਘਿਰਾਓ ਕੀਤਾ ਸੀ ਸਿੰਗੇ ਦਾ। ਉਹਦੇ ਵਿੱਚ ਰੀਜ਼ਨ ਇਹ ਸੀ, ਅਸੀਂ ਇਹਨਾਂ ਤੋਂ 25 ਨੰਬਰ ਵਾਲਾ ਸਵਾਲ ਪੁੱਛਣਾ ਸੀ ਵੀ ਭਾਈ ਉਹਨਾਂ ਨੂੰ ਤੁਸੀਂ ਕਾਹਦੇ ਬੇਸ ਤੇ ਦੇ ਰਹੇ ਹੋ ਤੇ ਸਾਡੇ ਲਈ ਕੀ ਕਰਦੇ ਹੋ। ਪ੍ਰਸ਼ਾਸਨ ਨੇ ਸਾਨੂੰ ਲਗਭਗ ਸਾਰਾ ਦਿਨ ਬਿਠਾ ਕੇ ਰੱਖਿਆ ਜੀ, ਕਹਿੰਦੇ ਤੁਹਾਡੀ ਮੀਟਿੰਗ ਕਰਵਾਉਣੇ ਆ। ਅੱਕ ਕੇ ਜਦੋਂ ਪ੍ਰਸ਼ਾਸਨ ਨੇ ਸਾਡੀ ਮੀਟਿੰਗ ਨਹੀਂ ਕਰਵਾਈ ਜੀ, ਤਾਂ ਅਸੀਂ ਵਿਜੇਂਦਰ ਸਿੰਗਲਾ ਜੀ ਦਾ ਘਿਰਾਓ ਕੀਤਾ। ਘਿਰਾਓ ਕਰਨਾ ਸਾਡਾ ਰਾਈਟ ਹੈ, ਕਿਉਂਕਿ ਭਾਈ ਅਸੀਂ ਉਹਨੂੰ ਜਿਤਾਇਆਗਾ, ਸਵਾਲ ਪੁੱਛਣਾ ਸਾਡਾ ਫਰਜ਼ ਬਣਦਾਗਾ ਜੀ। ਤਾਂ ਸਿੰਗਲੇ ਨੇ ਦੇਖੋ ਜੀ ਸਾਡੇ ਤੋਂ ਜਿਹੜੇ ਸਵਾਲ ਸੀ ਨਾ, ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਹੈਗੀ ਜੀ। ਫਿਰ ਅਸੀਂ ਜਿਹੜਾਗਾ ਸਿੰਗਲੇ ਦਾ ਘਿਰਾਓ ਕੀਤਾ ਤੇ ਉਸ ਤੋਂ ਬਾਅਦ ਵੀ ਜਿਹੜਾ ਹੁਣ ਵੀ ਇਹਨਾਂ ਨੇ ਕੀਤਾ, ਪੁਲਿਸ ਵਾਲਿਆਂ ਨੇ ਸਾਨੂੰ ਧੱਕੇ ਦੇ ਨਾਲ ਜਿਹੜਾ ਸਾਡਾ ਸਾਥੀ ਸੀ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਚਲੋ 2 ਘੰਟੇ ਬਾਅਦ ਛੱਡਤਾ, ਪਰ ਤੁਸੀਂ ਇਹ ਦੇਖੋ ਜੀ ਅਸੀਂ ਜਿਤਾਇਆ ਉਹਨੂੰ ਸਿੰਗਲੇ ਨੂੰ, ਉਹ ਸਾਡੇ ਅੱਜ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀ ਨਹੀਂ ਦੇ ਰਿਹਾ। ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ 2022 ਦੀਆਂ ਚੋਣਾਂ ਆਉਣੀਆਂ ਹੀ ਨੇਗੀਆਂ, ਲਗਭਗ ਸਰਕਾਰ ਦੇ 6 ਮਹੀਨੇ ਰਹਿ ਚੁੱਕੇ ਆ। ਤੇ ਜੇ ਸਿੰਗਲਾ ਦਾ ਜਿਹੜਾ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਤਾਂ ਅਸੀਂ ਚੋਣਾਂ ਦੇ ਵਿੱਚ ਦੱਸਾਂਗੇ। ਤੁਹਾਨੂੰ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ, ਜਿਹੜੇ ਤੁਸੀਂ ਬੇਰੁਜ਼ਗਾਰ ਹੋ, ਨੌਜਵਾਨ ਹੋ, ਬੇਰੁਜ਼ਗਾਰ ਦੀ ਭਾਵ ਦੇ ਵਿੱਚ ਹੋ, ਤੁਸੀਂ ਅੰਕੜੇ ਵੀ ਸਾਰੇ ਇਕੱਠੇ ਕੀਤੇ ਨੇ, ਇਹਨਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਸਰਕਾਰ ਤੇ ਇਸ ਦਾ ਰਵੱਈਆ ਕਿਸ ਤਰ੍ਹਾਂ ਦਾ ਰਿਹਾ? ਕੀ ਇਹ ਕੁਝ ਨਾ ਕੁਝ ਵੀ ਬੇਰੁਜ਼ਗਾਰੀ ਨੂੰ ਠੱਲ ਪਾਉਣ ਦੇ ਵਿੱਚ ਕਾਮਯਾਬ ਹੋਈ ਹੈ ਕਿ ਨਹੀਂ ਹੋਈ? ਨਹੀਂ, ਬਿਲਕੁਲ ਵੀ ਨਹੀਂ ਸਰ। ਇਹ ਜਿਹੜੀ ਸਰਕਾਰ ਜਿਹੜੀ ਹੈਗੀ ਹੈ, ਉਹ ਆਪਾਂ ਕਹੀਏ ਕਿ ਹਰ ਫਰੰਟ ਤੇ ਫੇਲ ਹੋਈ ਹੈਗੀ ਹੈ। ਚਾਹੇ ਉਹ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਚਾਹੇ ਨਸ਼ੇ ਦਾ ਮੁੱਦਾ ਹੋਵੇ, ਚਾਹੇ ਕਰਜ਼ਾ ਮਾਫੀ ਦਾ ਮੁੱਦਾ ਹੋਵੇ। ਈਵਨ ਕਿ ਜਿੰਨੇ ਵੀ ਇਹਨਾਂ ਨੇ ਚੋਣ ਮੈਨੀਫੈਸਟੋ 2017 ਵਿੱਚ ਵਾਅਦੇ ਕਰੇ ਸੀਗੇ, ਤਾਂ ਉਹ ਸਾਰੇ ਦੇ ਸਾਰੇ ਵਾਅਦਿਆਂ ਦੇ ਵਿੱਚ ਕਾਂਗਰਸ ਸਰਕਾਰ, ਕੈਪਟਨ ਸਰਕਾਰ ਜਿਹੜੀ ਹੈ ਉਹ ਫੇਲ ਰਹੀ ਹੈਗੀ ਹੈ। ਕਿਉਂਕਿ ਆਪਾਂ ਗੱਲ ਕਰ ਲਈਏ, ਇੱਕ ਅੰਕੜਾ ਪੇਸ਼ ਕਰ ਰਹੇ 17.61 ਲੱਖ ਨੌਕਰੀਆਂ ਜਿਹੜੀਆਂ ਹੈਗੀਆਂ ਅਸੀਂ ਪੰਜਾਬ ਦੀ ਜਵਾਨੀ ਨੂੰ ਦੇਤੀਆਂ ਹੈਗੀਆਂ, ਤਾਂ ਸਰ 12,581 ਦੇ ਲਗਭਗ ਆਪਣੇ ਪਿੰਡ ਹੈਗੇ ਆ। ਤਾਂ ਇਸ ਹਿਸਾਬ ਨਾਲ 135 ਔਰ 140 ਦੇ ਵਿੱਚ ਨੌਕਰੀਆਂ ਇੱਕ ਪਿੰਡ ਨੂੰ ਬਣਦੀਆਂ ਹੈਗੀਆਂ। ਤਾਂ ਜੇਕਰ 135 ਔਰ 140 ਨੌਕਰੀਆਂ ਜੇਕਰ ਇੱਕ ਪਿੰਡ ਦੇ ਵਿੱਚ ਆ ਜਾਣ, ਤਾਂ ਇਹ ਜਿਹੜੇ ਨਾਅਰੇ ਮਾਰ ਰਹੇ ਆ, ਜਿਹੜੇ ਇਹ ਸੜਕਾਂ ਤੇ ਰੁਲ ਰਹੇ ਆ, ਜਿਹੜੇ ਪ੍ਰਦਰਸ਼ਨ ਕਰ ਰਹੇ ਹੈਗੇ ਆ, ਕੋਈ ਸੰਗਰੂਰ ਬੈਠਾ, ਕੋਈ ਪਟਿਆਲੇ ਬੈਠਾ, ਕੋਈ ਸਿੱਖਿਆ ਮੰਤਰੀ ਦੀ ਕੋਠੀ ਦੇ ਮੂਹਰੇ ਬੈਠਾ, ਕੋਈ ਡੀਸੀ ਆਫਿਸ ਕੋਲ ਬੈਠਾ ਹੈਗਾ, ਤਾਂ ਕੋਈ ਅਰੁਣਾ ਚੌਧਰੀ ਦੇ ਗੇਟ ਕੋਲ ਬੈਠਾ, ਕੋਈ ਕਿੱਥੇ ਬੈਠਾ ਹੈ। ਤਾਂ ਆਖਰਕਾਰ ਜੇਕਰ 140 ਨੌਕਰੀਆਂ ਇਹਨਾਂ ਨੇ ਇੱਕ ਪਿੰਡ ਦੇ ਵਿੱਚ ਦੇ ਦਿੱਤੀਆਂ, ਤੇ ਇਹ ਫਿਰ ਲੋਕ ਆ ਕਿੱਥੋਂ ਰਹੇ ਹੈਗੇ? ਕਿ ਰਾਜਸਥਾਨ ਤੋਂ, ਹਰਿਆਣੇ ਤੋਂ, ਹਿਮਾਚਲ ਤੋਂ ਆ ਰਹੇ ਹੈਗੇ। ਤਾਂ ਇਹ ਇੱਕ ਬਹੁਤ ਵੱਡਾ ਸਵਾਲ ਜਿਹੜਾ ਹੈਗਾ ਉਹ ਇਸ ਸਿਸਟਮ ਤੇ ਖੜਾ ਹੁੰਦਾ ਹੈਗਾ। ਔਰ ਤੁਹਾਡਾ ਜਿਹੜਾ ਹੁਣ ਲੱਗਿਆ ਹੋਇਆ, ਜਿਹੜਾ ਤੁਸੀਂ ਇੱਥੇ ਲਾਇਆ ਹੋਇਆ ਪੱਕਾ ਮੋਰਚਾ, ਹੁਣ ਇਹ ਕਿੰਨੇ ਟਾਈਮ ਤੋਂ ਲੱਗਿਆ ਹੋਇਆ ਹੈ? ਜਿਹੜਾ ਆਪਣਾ ਇੱਥੇ ਡੀਸੀ ਆਫਿਸ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈਗਾ ਜੀ, ਇਹ ਲਗਾਤਾਰ 4 ਜਨਵਰੀ ਤੋਂ ਜਿਹੜਾ ਇੱਥੇ ਪੱਕਾ 4 ਜਨਵਰੀ ਤੋਂ ਲੱਗਿਆ। ਜਿਹੜਾ ਮਤਲਬ ਤੁਸੀਂ ਇਹ ਲਾਓ ਕਿ 6 ਮਹੀਨੇ ਪੂਰੇ ਹੋਣ 6 ਮਹੀਨੇ ਪੂਰੇ। ਤੇ ਇਹ 6 ਮਹੀਨਿਆਂ ਦੇ ਵਿੱਚ ਤੁਹਾਡੀ ਕਿੰਨੀ ਵਾਰੀ ਗੱਲਬਾਤ ਹੋਈ ਹੈ ਸਰਕਾਰ ਨਾਲ? ਗੱਲਬਾਤ ਤਾਂ ਜੀ ਲਗਭਗ ਕਾਫੀ ਵਾਰ ਹੋ ਚੁੱਕੀ ਹੈ ਜੀ, ਬੰਦਾ 25 ਤੋਂ 30 ਵਾਰ ਗੱਲ ਹੋ ਚੁੱਕੀ ਹੈ, ਪਰ ਪ੍ਰਸ਼ਾਸਨ ਨੇ ਦੁਬਾਰਾ ਹਮੇਸ਼ਾ ਜਿਹੜਾ ਇੱਕ ਲੋਲੀਪੌਪ ਵੀ ਦਿੱਤੇ ਜਾਂਦੇ ਆ, ਹਾਂ ਤੁਹਾਡੇ ਵਾਸਤੇ। ਜਦੋਂ ਤੁਹਾਡੀ ਮੀਟਿੰਗ ਹੁੰਦੀ ਆ ਵੀ ਉਦੋਂ ਦਾ ਜਿਹੜਾ ਰਵੱਈਆ ਉਹ ਹਾਂ ਪੱਖੀ ਹੁੰਦਾ, ਤੁਹਾਨੂੰ ਉੱਥੇ ਕੋਈ ਮੰਗ ਤੁਹਾਡੀ ਪੂਰੀ ਕਰਕੇ ਵੀ ਹਾਂਜੀ ਤੁਹਾਡੀ ਅਸੀਂ ਇਹ ਮੰਨ ਲਈ ਹੈ ਕਹਿ ਕੇ ਭੇਜਦੇ? ਤਾਂ ਸਰ ਜਿਹੜਾ ਮੰਗਾਂ ਦੀ ਗੱਲ ਆਪਾਂ ਕਰ ਲਈਏ, ਤਾਂ ਮੰਗਾਂ ਜਿਹੜੀਆਂ ਹੈਗੀਆਂ ਉਹ ਸਟਾਰਟਿੰਗ ਤੋਂ ਤਾਂ ਪਹਿਲਾਂ ਜਿਵੇਂ ਆਪਾਂ ਬੀਐਡ ਵਾਲੇ ਮੈਟਰ ਦੀ ਗੱਲ ਕਰ ਰਹੇ ਸੀ, ਤਾਂ ਉਹਦੇ ਵਿੱਚ ਸਟਾਰਟਿੰਗ ਤਾਂ ਹੀ ਪਹਿਲਾਂ ਤਾਂ ਹਾਈ ਕੁਆਲੀਫਿਕੇਸ਼ਨ ਦਾ ਜਿਹੜਾ ਰੇੜਕਾ ਪਾਈ ਰੱਖਿਆ ਇਹਨਾਂ ਨੇ ਕਿ ਅਸੀਂ ਹਾਈ ਕੁਆਲੀਫਿਕੇਸ਼ਨ ਟੀਚਰਸ ਰੱਖਣੇ ਆ, ਅਸੀਂ ਬੀਐਡ ਰੱਖਣੀ ਹੈ। ਜਦੋਂ ਸਾਡਾ ਦੂਸਰਾ ਕੁਐਸਚਨ ਹੁੰਦਾ ਸੀਗਾ, ਇਹ ਦੂਸਰਾ ਕਹਿੰਦੇ ਸੀ ਅਸੀਂ ਮੈਰਿਟ ਟੀਚਰ ਰੱਖਣੇ ਹੈਗੇ ਆ, ਤਾਂ ਸਾਡਾ ਕੁਐਸਚਨ ਹੁੰਦਾ ਸੀਗਾ ਵੀ 10 ਨੰਬਰ ਫਿਰ ਕਿਉਂ ਦੇ ਰਹੇ ਹੋ? ਜਦੋਂ ਤੁਸੀਂ ਮੈਰਿਟ ਹੀ ਬਣਾ ਲਈ, ਦੂਸਰਾ ਪੇਪਰ ਹੀ ਲੈ ਲਿਆ, ਤਾਂ ਫਿਰ ਤੁਸੀਂ ਉਹਦੀ ਹੀ ਬਣਾ ਲਓ, ਉਸੇ ਦੀ ਕਿਉਂ ਦੇ ਰਹੇ ਹੋ 10 ਨੰਬਰ? ਤੁਸੀਂ ਫਿਰ ਇਨਸਾਫ ਕਰੋ ਨਾ। ਔਰ ਰਹੀ ਗੱਲ ਜਿਹੜੀ ਬੀਐਡ ਵਾਲੀ ਜਿਹੜੀ ਹੈਗੀ ਹੈ, ਤਾਂ ਉੱਥੇ ਇਹਨਾਂ ਸਾਡਾ ਸਵਾਲ ਹੁੰਦਾ ਸੀ ਵੀ ਸਾਨੂੰ ਦੱਸੋ ਮੈਥ ਵਾਲਾ ਟੀਚਰ ਪੰਜਾਬੀ, ਹਿੰਦੀ, ਈਵੀਐਸ ਜਿਹੜੇ ਦੂਸਰੇ ਸਬਜੈਕਟ ਹੈ ਉਹ ਕਿਵੇਂ ਕਰਵਾਊਗਾ? ਦੂਸਰਾ ਜਿਹੜਾ ਤੁਹਾਡੇ ਕੋਲ ਕੋਈ ਬ੍ਰਿਜ ਕੋਰਸ ਕਰਵਾਉਣ ਵਾਲੀ ਕੋਈ ਸੰਸਥਾ ਹੀ ਨਹੀਂ ਹੈਗੀ, ਜਿਹੜਾ ਤੁਸੀਂ ਹਵਾਲਾ ਦਿੰਦੇ ਹੋ ਕਿ ਅਸੀਂ ਬ੍ਰਿਜ ਕੋਰਸ ਕਰਾ ਕੇ ਇਹਨਾਂ ਨੂੰ ਟ੍ਰੇਨਡ ਕਰਾਂਗੇ। ਤੇ ਜਦੋਂ ਤੁਹਾਡੇ ਕੋਲ ਆਲਰੇਡੀ ਟ੍ਰੇਨਡ ਟੀਚਰ ਹੈਗੇ ਆ, ਤਾਂ ਤੁਸੀਂ ਫਿਰ ਕਿਸ ਬਿਹਾਫ ਤੇ ਜਿਹੜਾ ਇਹ ਗੱਲ ਕਰਨੀ ਹੈਗੀ ਹੋ ਕਿ ਅਸੀਂ ਹਾਈ ਕੁਆਲੀਫਿਕੇਸ਼ਨ ਟੀਚਰ ਰੱਖਣੇ? ਸੋ ਸਰ ਇੱਥੇ ਇਹਨਾਂ ਨੂੰ ਸਾਡੀਆਂ ਗੱਲਾਂ ਦਾ ਜਦੋਂ ਜਵਾਬ ਕੋਈ ਨਹੀਂ ਆਇਆ, ਤਾਂ ਉਦੋਂ ਇਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਨੂੰ ਜਿਹੜੀ ਇਹ ਵਾਲੀ ਭਰਤੀ ਹੈ ਇਹਦੇ ਵਿੱਚ ਤਾਂ ਅਸੀਂ ਤੁਹਾਨੂੰ
ਹਾਲ ਦੀ ਘੜੀ ਅਸੀਂ ਐਵੇਂ ਹੀ 2364 ਨੂੰ ਪੂਰਾ ਕਰਾਂਗੇ, ਪਰ ਜਿਹੜੀ ਨਵੀਂ ਐਡਵਰਟਾਈਜ਼ਮੈਂਟ ਆਊਗੀ ਉਹਦੇ ਵਿੱਚ ਜਿਹੜਾ ਅਸੀਂ ਤੁਹਾਨੂੰ ETT ਨੂੰ ਫਸਟ ਪ੍ਰੈਫਰੈਂਸ ਦੇ ਕੇ ਵਿਚਾਰਾਂਗੇ। ਜਿਹੜਾ ਕਿ ਪਰਸੋਂ ਸਰ ਇਹਨਾਂ ਨੇ ਸ਼ੁੱਧੀ ਪੱਤਰ ਵੀ ਜਾਰੀ ਕੀਤਾ ਹੈਗਾ ਕਿ ETT ਦੀ ਭਰਤੀ ਦੇ ਵਿੱਚ ETT ਨੂੰ ਹੀ ਵਿਚਾਰਿਆ ਜਾਊਗਾ। ਤਾਂ ਸਰ ਇੱਥੇ ਹੀ ਸਵਾਲੀਆ ਨਿਸ਼ਾਨ ਬਣਦਾ ਹੈਗਾ ਕਿ ਜੇਕਰ ਹੁਣ ਨਵੀਂ ਭਰਤੀ ਦੇ ਵਿੱਚ ETT ਜਿਹੜਾ ਉਹ ਐਲੀਜੀਬਲ ਹੋ ਸਕਦੀ ਹੈ, ਚਲਦੀ 2364 ਭਰਤੀ ਦੇ ਵਿੱਚ 10 ਦਿਨ ਪੇਪਰ ਦੇਣ ਤੋਂ ਹੋਣ ਤੋਂ ਪਹਿਲਾਂ ਜੇ ਸ਼ੁੱਧੀ ਪੱਤਰ ਜਾਰੀ ਕਰਕੇ 10 ਨੰਬਰ ਦਿੱਤੇ ਜਾ ਸਕਦੇ ਆ, ਤਾਂ ਫਿਰ ਜਿਹੜਾ ਹੈਗਾ ਉਹ ETT ਨੂੰ 2364 ਪੋਸਟਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਕਿਉਂ ਨਹੀਂ ਵਿਚਾਰਿਆ ਜਾ ਸਕਦਾ। ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਕਿ ਟੇਬਲ ਟਾਕ ਤੇ ਕਰ ਰਹੇ ਆ, ਤੁਹਾਨੂੰ ਨਵੀਂ ਐਡਵਰਟਾਈਜ਼ਮੈਂਟ ਦੇ ਰਹੇ ਆ, ਤੁਹਾਨੂੰ ਨਵੀਂ ਐਡਵਰਟਾਈਜ਼ਮੈਂਟ ਆ ਜਾਂਦੀ ਹੈਗੀ ਹੈ, ਪਰੰਤੂ ਸਰ ਜਦੋਂ ਤੱਕ ਨਵੀਂ ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਛਲਾਵੇ ਕਰਦੀਆਂ ਹੈਗੀਆਂ, ਉਹ ਮਿੱਠੀਆਂ ਗੋਲੀਆਂ ਦਿੰਦੀਆਂ ਹੈਗੀਆਂ। ਅਸੀਂ ਇਹਨਾਂ ਨਾਲ ਇੱਥੇ ਕੋਈ ਵਾਅਦਾ ਕਰ ਲੈਂਦੇ ਆ ਜੀ ਬਸ ਅਸੀਂ ਕਰਨ ਜਾ ਰਹੇ ਹਾਂ, ਡਿਸਕਸ ਕਰ ਲੈਂਦੇ ਆ ਤੇ ਤੁਸੀਂ ਉੱਠ ਕੇ ਆ ਜਾਂਦੇ ਹੋ ਤੇ ਅਗਲੀ ਮੀਟਿੰਗ ਫੇਰ ਹੋ ਜਾਂਦੀ। ਹਾਂਜੀ, ਅਗਲੀ ਮੀਟਿੰਗ ਜਿਹੜੀ ਹੈਗੀ ਹੈ ਸਰ ਤੁਹਾਨੂੰ ਇੱਥੇ ਮਤਲਬ ਇਹ ਵੀ ਸਾਡੀ ਇੱਕ ਬੜੀ ਮੈਂ ਕਹਿੰਦਾ ਜੀ ਬੇਰੁਜ਼ਗਾਰਾਂ ਦੀ ਇਹਦੇ ਪਿੱਛੇ ਵੀ ਬੜੀ ਦਰਦ ਭਰੀ ਕਹਾਣੀ ਹੈਗੀ ਹੈ। ਕਿੰਨਾ ਦਰਦਨਾਕ ਦ੍ਰਿਸ਼ ਜੇ ਇਸ ਨੂੰ ਆਪਾਂ ਗੱਲ ਕਰੀਏ ਕਿ ਇੱਕ ਮੀਟਿੰਗ ਲੈਣ ਦੇ ਵਾਸਤੇ, ਜਿਵੇਂ ਹੁਣੇ ਮਣੀ ਬੋਲ ਰਹੇ ਸੀਗੇ ਵੀਰ ਜੀ ਕਿ ਅਸੀਂ ਕੱਲ ਵੀ 5 ਮਿੰਟ ਦੀ ਪਰਸੋਂ ਵੀ ਗੱਲ ਹੀ ਕਰਨੀ ਸੀਗੀ ਨਾ ਮੀਟਿੰਗ ਲੈਣੇ ਦੇ ਵਾਸਤੇ, ਜੀ ਗੱਲ ਸੁਣ ਲੈਂਦੇ ਤਾਂ ਆਖਰਕਾਰ ਉਹਨਾਂ ਨੂੰ ਆਪਣਾ ਵਿਰੋਧ ਕਿਉਂ ਕਰਵਾਉਣਾ ਪੈਂਦਾ। ਸਿਰਫ 5 ਮਿੰਟ ਦੀ ਗੱਲ ਸੀਗੀ, ਠੀਕ ਹੈ, ਇਹ ਮਸਲਾ ਹੱਲ ਨਾ ਹੁੰਦਾ ਉਹ ਇੱਕ ਅਲੱਗ ਗੱਲ ਸੀਗੀ, ਵਿਰੋਧ ਤਾਂ ਨਹੀਂ ਹੋਣਾ ਸੀਗਾ ਨਾ। ਅਸੀਂ ਜਿਵੇਂ ਅੱਗੇ ਚੁੱਪ ਕਰਕੇ ਆਉਣੇ ਆ, ਅਸੀਂ ਚੁੱਪ ਕਰਕੇ ਆ ਜਾਂਦੇ। ਟੇਬਲ ਟਾਕ ਜਿਹੜਾ ਹੈਗਾ ਇਹ ਜਿਹੜੇ ਜਿਤਾਏ ਹੋਏ ਸਾਡੇ ਮਿਨਿਸਟਰ ਹੈ ਉਹ ਕਰਨਾ ਜ਼ਰੂਰੀ ਨਹੀਂ ਸਮਝਦੇ ਵੀ ਅਸੀਂ ਜਿਨ੍ਹਾਂ ਲੋਕਾਂ ਨੇ ਸਾਨੂੰ ਬਣਾਇਆ ਉਹਨਾਂ ਨਾਲ ਗੱਲ ਕਰਨਾ ਮੁਨਾਸਿਬ ਨਹੀਂ ਸਮਝਦੇ। ਇੱਕ ਮੀਟਿੰਗ ਲੈਣ ਦੇ ਵਾਸਤੇ ਪੰਜਾਬ ਲੈਵਲ ਦਾ ਸਰ ਐਜੀਟੇਸ਼ਨ ਲਗਾਉਣਾ ਪੈਂਦਾ ਔਰ ਉਹਦੇ ਵਿੱਚ ਬੇਰੁਜ਼ਗਾਰਾਂ ਨੂੰ ਘੱਟ ਤੋਂ ਘੱਟ ਸਰ 1.5 ਤੋਂ 2 ਲੱਖ ਰੁਪਏ ਦਾ ਖਰਚਾ ਕਰਨਾ ਪੈਂਦਾ। ਕੋਈ ਗੁਰਦਾਸਪੁਰ ਤੋਂ ਚੱਲਦਾ ਹੈ, ਕੋਈ ਫਾਜ਼ਿਲਕਾ ਡਿਸਟ੍ਰਿਕਟ ਤੋਂ ਚੱਲਦਾ, ਕੋਈ ਫਿਰੋਜ਼ਪੁਰ ਡਿਸਟ੍ਰਿਕਟ ਤੋਂ ਚੱਲਦਾ ਹੈਗਾ, ਔਰ ਫਿਰ ਆ ਕੇ ਉਹਨਾਂ ਨੂੰ ਪ੍ਰਸ਼ਾਸਨ ਦੇ ਨਾਲ ਭਿੜਨਾ ਪੈਂਦਾ, ਜਿੱਥੇ ਉਹਨਾਂ ਤੇ ਲਾਠੀ ਚਾਰਜ ਹੁੰਦਾ, ਪੱਗਾਂ ਲੱਥਦੀਆਂ, ਭੈਣਾਂ ਦੀਆਂ ਚੁੰਨੀਆਂ ਜਿਹੜੀਆਂ ਉਹ ਰੁਲਦੀਆਂ, ਉਦੋਂ ਬਾਅਦ ਜਾ ਕੇ ਇੱਕ ਮੀਟਿੰਗ ਮਿਲਦੀ ਹੈ ਔਰ ਕਈ ਵਾਰ ਸਰ ਉਹ ਮੀਟਿੰਗ ਵੀ ਨਹੀਂ ਮਿਲਦੀ ਹੈਗੀ, ਕਾਗਜ਼ੀ ਮੀਟਿੰਗ ਦੇ ਕੇ ਤਾਂ ਉਸ ਤੋਂ ਬਾਅਦ ਉਹ ਮੀਟਿੰਗ ਵੀ ਨਹੀਂ ਕਰਵਾਈ ਜਾਂਦੀ। ਸੋ ਇਸ ਤਰੀਕੇ ਦੇ ਨਾਲ ਸਰ ਬਹੁਤ ਜ਼ਿਆਦਾ ਜਿਹੜਾ ਹੈ ਉਹ ਬੇਰੁਜ਼ਗਾਰਾਂ ਤੇ ਤਸ਼ੱਦਦ ਔਰ ਉਹਨਾਂ ਮਾਨਸਿਕ ਪਰੇਸ਼ਾਨੀ। ਤੁਹਾਨੂੰ ਹੁਣ ਕੋਈ ਸੰਭਾਵਨਾ ਲੱਗਦੀ ਹੈ ਵੀ ਸਰਕਾਰ ਕੋਈ ਨਾ ਕੋਈ ਤੁਹਾਡੇ ਜਿਹੜੀਆਂ ਮੰਗਾਂ ਇਹ ਮੰਨੂਗੀ, ਤੇ ਜੇਕਰ ਨਹੀਂ ਮੰਨਦੀ ਤਾਂ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੈ? ਕਿਉਂਕਿ ਵੋਟਾਂ ਨੇੜੇ ਆ ਗਈਆਂ, ਟਾਈਮ ਹੁਣ ਰਿਹਾ ਨਹੀਂ, ਕਿਉਂਕਿ ਸਰਕਾਰ ਕੋਲੇ ਵੀ ਜਿਹੜਾ ਬੜਾ ਸੀਮਿਤ ਸਮਾਂ ਹੈ, ਕਿਉਂਕਿ 6 ਮਹੀਨੇ ਵੀ ਪੂਰੇ ਨਹੀਂ ਹੋਣੇ, ਕਿਉਂਕਿ ਫਰਵਰੀ 2022 ਦੇ ਵਿੱਚ ਵੀ ਚੋਣਾਂ ਜੋ ਡਿਊ ਨੇ ਤੇ ਉਸ ਤੋਂ ਪਹਿਲਾਂ ਕੋਡ ਆਫ ਕੰਡਕਟ ਜਾਰੀ ਹੋ ਜਾਂਦਾ ਹੈ ਤੇ ਬੜੀ ਪ੍ਰੋਸੈਸਿੰਗ ਲੰਬੀ ਹੁੰਦੀ ਹੈ ਭਰਤੀ ਦੀ। ਕੀ ਤੁਹਾਨੂੰ ਲੱਗਦਾ ਹੈ, ਕਿਉਂਕਿ ਕਈ ਵਾਰੀ ਭਰਤੀ ਜੇ ਕਰਨ ਲੱਗਣ ਤੇ 6 ਮਹੀਨੇ ਦੀ ਪ੍ਰੋਸੈਸਿੰਗ ਪੂਰੀ ਨਹੀਂ ਹੁੰਦੀ, ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਹੁਣੀ ਪੋਸਟਾਂ ਚੱਲ ਰਹੀਆਂ ਜਿਹੜੇ ਕੱਢ ਰਹੇ ਆ ਐਡਵਰਟਾਈਜ਼ ਕਰ ਰਹੇ ਨੂੰ ਪੂਰਾ ਕਰ ਲੈਣਗੇ? ਤਾਂ ਸਰ ਇੱਥੇ ਜਿਹੜਾ ਹੈਗਾ ਉਹ ਆਪਾਂ ਗੱਲ ਕਰ ਲਈਏ ਇਸ ਸਰਕਾਰ ਦੀ, ਤਾਂ ਇਹਨੇ ਬਿਲਕੁਲ ਪਿਛਲੀ ਸਰਕਾਰ ਦੀ ਨਕਸ਼ੇ ਕਦਮਾਂ ਤੇ ਚੱਲਦੇ ਆ 4.5 ਸਾਲ ਬੀਤ ਗਏ, ਕੋਈ ਐਡਵਰਟਾਈਜ਼ਮੈਂਟ ਨਹੀਂ, ਕੋਈ ਨੌਕਰੀ ਨਹੀਂ ਹੈਗੀ, ਔਰ ਹੁਣ ਫਿਰ ਇੱਕ ਵਾਰ ਤੋਂ ਲੋਕਾਂ ਨੂੰ ਝਾਂਸਾ ਦੇਣੇ ਦੇ ਵਾਸਤੇ ਕਿ ਅਸੀਂ ਸਰਕਾਰੀ ਨੌਕਰੀਆਂ ਦੇ ਰਹੇ ਹਾਂ, ਐਡਵਰਟਾਈਜ਼ਮੈਂਟ ਜਾਰੀ ਕਰ ਰਹੇ ਹੈਗੇ ਆ। ਪਰ ਜਿਵੇਂ ਸਰ ਤੁਸੀਂ ਕਹਿ ਰਹੇ ਹੈਗੇ ਹੋ ਕਿ ਸਰਕਾਰ ਦਾ ਜਿਹੜਾ ਮਕਸਦ ਜਿਹੜਾ ਹੈਗਾ ਉਹ ਕੀ ਹੈ ਕਿ ਭਰਤੀਆਂ ਦੇ ਵਿੱਚ ਪਹਿਲਾਂ ਤਾਂ ਊਣਤਾਈਆਂ ਛੱਡਣੀਆਂ, ਪਹਿਲਾਂ ਖਾਮੀਆਂ ਛੱਡਣੀਆਂ ਔਰ ਫਿਰ ਉਹਨਾਂ ਨੂੰ ਕੋਰਟ ਕੇਸ ਦੇ ਵਿੱਚ ਉਲਝਾਉਣਾ ਵੀ ਅਸੀਂ ਤਾਂ ਭਰਤੀਆਂ ਦਿੱਤੀਆਂ ਸੀਗੀਆਂ, ਵੋਟਾਂ ਦੇ ਨੇੜੇ ਆ ਕੇ ਲੇਕਿਨ ਕੀ ਕਰੀਏ ਕੋਰਟ ਕੇਸ ਲੱਗ ਗਿਆ, ਉਹ ਕੋਰਟ ਕੇਸ ਦੇ ਵਿੱਚ ਚਲੀ ਗਈ। ਔਰ ਇਹ ਸਭ ਜਿਹੜਾ ਹੈਗਾ ਸਰ ਇਹ ਸਰਕਾਰ ਦੀ ਇੱਕ ਬਹੁਤ ਵੱਡੀ ਚਾਲ ਜਿਹੜੀ ਹੈ ਕਿ ਅਸੀਂ ਚੋਣਾਂ ਦੇ ਨੇੜੇ ਆ ਕੇ ਲੋਕਾਂ ਦੇ ਵਿੱਚ ਇਹ ਚੀਜ਼ ਪੈਦਾ ਕਰੀਏ ਕਿ ਅਸੀਂ ਨੌਕਰੀਆਂ ਬਹੁਤ ਵੱਡੀ ਤਾਦਾਦ ਦੇ ਵਿੱਚ ਦੇ ਰਹੇ ਹਾਂ ਕਿ ਤਾਂ ਜੋ ਲੋਕ ਲਹਿਰ ਜਿਹੜੀ ਹੈਗੀ ਆ, ਲੋਕ ਪੱਖ ਜਿਹੜਾ ਉਹ ਸਾਡੇ ਨਾਲ ਜੁੜੇ। ਪਰੰਤੂ ਇਹ ਜਿਹੜੀ ਗੱਲ ਜਿਹੜੀ ਹੈ ਉਹ ਇਸ ਵਾਰ ਇਸ ਸਰਕਾਰ ਦੀ ਜਿਹੜਾ ਉਹ ਕਾਮਯਾਬ ਨਹੀਂ ਹੋਣ ਜਾ ਰਹੀ, ਕਿਉਂਕਿ ਜਿਹੜਾ ਦਿੱਲੀ ਦਾ ਸੰਘਰਸ਼ ਜਿਹੜਾ ਮੋਦੀ ਦੇ ਵਿਰੁੱਧ ਚੱਲ ਰਿਹਾ ਹੈ ਉਹਨੇ ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਨੇ ਪੰਜਾਬ ਦੇ ਜਵਾਨਾਂ ਨੂੰ ਵੀ ਸਰ ਇੱਕ ਜਾਗ ਲਗਾਈ ਹੈ। ਹੁਣ ਪੰਜਾਬ ਦੇ ਜਿਹੜੀ ਜਵਾਨੀ ਜਿਹੜੀ ਹੈ ਉਹ ਸਰ ਜਾਗਰੂਕ ਹੋ ਚੁੱਕੀ ਹੈ ਔਰ ਨਾ ਹੀ ਇਹ ਜਿਹੜੇ ਉਰੇ ਸੰਗਰੂਰ ਪਟਿਆਲੇ ਜਿਹੜਾ ਡੇਲੀ ਇੰਨੀਆਂ ਡਾਂਗਾ ਖਾਂਦੇ ਆ ਸਰ, ਤਾਂ ਇਹ ਤਸ਼ੱਦਦ ਜਿਹੜਾ ਇਹਨਾਂ ਤੋਂ ਭੁੱਲ ਨਹੀਂ ਹੋਣਾ। ਔਰ ਜਦੋਂ ਇਹਨਾਂ ਦੇ MLA ਘਰਾਂ ਦੇ ਵਿੱਚ ਜਾਣਗੇ ਤਾਂ ਸਰ ਇਹਨਾਂ ਨੂੰ ਮੈਂ ਇੱਥੇ ਬੋਲਣਾ ਤਾਂ ਨਹੀਂ ਚਾਹੁੰਦਾ ਹੈਗਾ, ਜੋ ਕੁਝ ਵਾਕਿਆ ਜਿਹੜਾ ਹੈਗਾ ਮਲੋਟ ਜਿਹੜਾ ਹੈਗਾ ਉਹ ਵਾਪਰਿਆ ਸੀਗਾ BJP MLA ਦੇ ਨਾਲ, ਤਾਂ ਕਿਤੇ ਨਾ ਕਿਤੇ ਉਹਨਾਂ ਹੀ ਹਾਲਾਤਾਂ ਦੇ ਉੱਪਰ ਜਿਹੜਾ ਹੈਗਾ ਇਸ ਤਰ੍ਹਾਂ ਹਾਲਾਤ ਬਣ ਸਕਦੇ ਕਿ ਜਿਹੜੇ ਬੇਰੁਜ਼ਗਾਰ ਜੇ ਅਸੀਂ ਲਗਾਈਏ ਨੌਜਵਾਨ ਜਿਹੜੇ ਹੈ ਸਾਂਝਾ ਮੋਰਚਾ ਉਹ ਚੱਲ ਰਿਹਾ, ਬਹੁਤ ਸਾਰੇ ਜਿਹੜੇ ਕਾਮੇ ਨੇ ਹੋਰ ਚੱਲ ਰਹੇ ਆ ਵੱਖ-ਵੱਖ ਤਰ੍ਹਾਂ ਦੇ,
ਅੱਛਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਉਹਨਾਂ ਦਾ ਵੀ ਚੱਲ ਰਿਹਾ। ਤੇ ਜੇ ਸਾਰਿਆਂ ਦੇ ਜਿੰਨੀ ਗਿਣਤੀ ਹੈ ਸੰਘਰਸ਼ ਕਰ ਰਹੇ ਆ, ਜਿਹੜੇ ਅੱਜ ਮੁਜ਼ਾਹਰੇ ਕਰ ਰਹੇ ਆ, ਰੈਲੀਆਂ ਕਰ ਰਹੇ ਆ, ਮੰਗਾਂ ਵਾਸਤੇ ਆਪਣੇ ਖੜੇ ਆ, ਤੇ ਇਹਨਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ। ਫਿਰ ਇਸ ਹਿਸਾਬ ਨਾਲ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਦਾ ਸਾਹਮਣਾ ਕਰਨਾ ਹੀ ਪੈਣਾ, ਇਹੀ ਲੱਗਦਾ। ਪਰ ਵੀ ਤੁਹਾਡਾ ਇਹੀ ਹੈ ਕਿ ਜੇਕਰ ਵੀ ਤੁਸੀਂ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਫਿਰ ਤੁਸੀਂ ਇਹਨਾਂ ਨੂੰ ਜਦੋਂ ਅਗਲੀਆਂ ਇਲੈਕਸ਼ਨ ਦੇ ਵਿੱਚ ਤੁਸੀਂ ਇਹਨਾਂ ਦਾ ਵਿਰੋਧ ਕਰੋ। ਹਾਂਜੀ ਹਾਂਜੀ, ਇਹਦਾ ਜਿਹੜਾ ਤੁਸੀਂ ਵਿਰੋਧ ਕਰਨ ਬਾਰੇ ਗੱਲ ਕਰ ਰਹੇ ਹੋ, ਵਿਰੋਧ ਕਰਨਾ ਸੀ ਆਲਰੇਡੀ ਜਿਹੜੇ ਰੈਲੀਆਂ ਨੇ ਭੰਗ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਆ ਪਿਛਲੇ ਮਹੀਨੇ ਦੇਖਿਆ ਹੋਊਗਾ ਭਵਾਨੀਗੜ੍ਹ ਦੇ ਵਿੱਚ ਜਿਹੜੇ ਵਿਜੇਂਦਰ ਸਿੰਘਲਾ ਜਦੋਂ ਭਾਸ਼ਣ ਦੇਣ ਲੱਗੇ ਸੀ ਤਾਂ ਉੱਤੇ ਸਾਡੇ ਜਿਹੜੇ ਈਟੀ ਟੈਟਪਾ ਯੂਨੀਅਨ ਦੇ 2 ਮੈਂਬਰ ਸੀਗੇ, ਜਲਦੀ ਜਿਹੜੇ ਉਹਨਾਂ ਦੇ ਭਾਸ਼ਣ ਦਿੰਦੇ ਹੋਏ ਸਮਾਨ ਜੀ ਉੱਥੇ ਖੜੇ ਹੋ ਕੇ ਜਿਹੜੇ ਵਿਜੇਂਦਰ ਸਿੰਘਲਾ ਮੁਰਦਾਬਾਦ ਕਰ ਦਿੱਤਾ। ਉਸ ਤੋਂ ਬਾਅਦ ਹਾਲਾਂਕਿ ਸਿੰਘਲੇ ਨੇ ਕੁਝ ਵੀ ਜਿਹੜਾ ਨਹੀਂ ਬੋਲਿਆ ਤੇ ਚਲਾ ਗਿਆ। ਇਹਦਾ ਵਿਰੋਧ ਆ ਇਹ ਸ਼ੁਰੂ ਹੋ ਚੁੱਕਿਆ ਈਟੀ ਯੂਨੀਅਨ ਵੱਲੋਂ, ਤੇ ਆਉਣ ਵਾਲੀਆਂ ਜੇ ਸਾਡਾ ਜਿਹੜਾ ਹੱਲ ਨਹੀਂ ਕਰਦਾ ਤਾਂ ਆਉਣ ਵਾਲੀ ਜਿੰਨੀਆਂ ਵੀ ਜਿਹੜੀ ਕਾਂਗਰਸ ਸਰਕਾਰ ਰੈਲੀਆਂ ਕਰੂ, ਅਸੀਂ ਹਰ ਰੈਲੀ ਆ ਜਿਹੜੀ ਈਟੀ ਯੂਨੀਅਨ ਵੱਲੋਂ ਜਿਹੜੀ ਆ ਉਹ ਭੰਗ ਕੀਤੀ ਜਾਊ। ਸਰ ਇਹਦੇ ਨਾਲ ਜਿਹੜਾ ਹੈਗਾ ਉਹ ਇੱਥੇ ਹੀ ਨਹੀਂ ਹੈਗਾ, ਵਿਰੋਧ ਦੇ ਵਿੱਚ ਜਿਹੜੀ ਇੱਕ ਚੀਜ਼ ਹੋਰ ਹੈ ਉਹ ਹੈ ਲੋਕ ਜਾਗਰੂਕਤਾ, ਜਿਹੜੀ ਜਿਵੇਂ ਹੁਣ ਮਨੀਵੀਰ ਜੀ ਨੇ ਇੱਕ ਤਾਂ ਇਹ ਰੈਲੀਆਂ ਭੰਗ ਕਰਨ ਵਾਲੀ, ਇਹਦੇ ਨਾਲ ਜਿਹੜਾ ਭੰਡੀ ਪ੍ਰਚਾਰ ਜਿਹੜਾ ਹੈ 2017 ਦਾ ਚੋਣ ਮੈਨੀਫੈਸਟੋ ਲੈ ਕੇ ਸਾਡੇ ਪਿੱਛੇ ਇੱਕ ਹਫ਼ਤਾ ਜਿਹੜਾ ਅਸੀਂ ਪਟਿਆਲੇ ਜਿਹੜਾ ਉੱਥੋਂ ਸ਼ੁਰੂਆਤ ਕਰੀ ਸੀ। ਪਟਿਆਲੇ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਸਰਕਾਰ ਨੇ ਆਹ ਵਾਅਦੇ ਜਿਹੜੇ ਲੋਕੋ ਤੁਹਾਡੇ ਨਾਲ ਕਰੇ ਸੀਗੇ, ਇਹਨਾਂ ਦੀ ਬੇਰੁਜ਼ਗਾਰੀ ਭੱਤਾ 2500, ਸ਼ਗਨ ਸਕੀਮ ਇਹਨਾਂ ਨੇ 25000 ਤੋਂ 50000, ਕੁਝ ਇਹੋ ਜਿਹੇ ਜਿਹੜੇ ਵਾਅਦੇ ਕਰੇ ਸੀਗੇ ਵੀ ਇਹ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਉਹ ਪੂਰਾ ਨਹੀਂ ਕਰ ਰਹੀ, ਨਾ ਹੀ ਇਹਨਾਂ ਨੇ ਕਰਿਆ। ਹੁਣ ਇਹ ਤੁਹਾਨੂੰ ਫਿਰ ਝਾਂਸਾ ਦੇਣ ਜਾ ਰਹੇ ਹੈਗੇ ਆ। ਤਾਂ ਉਹ ਜਿਹੜੀ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਅਸੀਂ ਵੀ ਚਲਾ ਰਹੇ ਹੈਗੇ ਆ, ਪਿੰਡ ਪਿੰਡ ਜਾ ਕੇ ਹੋਕਾ ਦੇ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ। ਔਰ ਨਾਲ ਦੀ ਨਾਲ ਜਿਹੜਾ ਸਾਂਝਾ ਮੋਰਚਾ ਪੰਜਾਬ ਹੈ ਉਹਨਾਂ ਨੇ ਵੀ ਨੌਕਰੀ ਨਹੀਂ ਤਾਂ ਵੋਟ ਨਹੀਂ, ਬੜੇ ਫਲੈਕਸ ਜਿਹੜੇ ਹੈਗੇ ਸਰ ਉਹ ਘਰਾਂ ਦੇ ਬਾਹਰ ਲਗਾਉਣੇ ਸ਼ੁਰੂ ਕਰਤੇ ਹੈਗੇ ਆ ਕਿ ਕੋਈ ਵੀ ਕਾਂਗਰਸੀ ਐਮਐਲਏ ਜਿਹੜਾ ਸਾਡੀ ਗੱਲ ਨਹੀਂ ਸੁਣਦਾ, ਸਾਡੀ ਗੱਲ ਮੁੱਖ ਮੰਤਰੀ ਤੱਕ ਨਹੀਂ ਪਹੁੰਚਾ ਸਕਦਾ, ਸਾਡੇ ਨਾਲ ਮੁੱਖ ਮੰਤਰੀ ਪੰਜਾਬ ਦਾ ਇੱਕ ਮੀਟਿੰਗ ਨਹੀਂ ਕਰ ਸਕਦਾ, ਤਾਂ ਉਹਨਾਂ ਲਈ ਇਸ ਬੇਰੁਜ਼ਗਾਰ ਦੇ ਘਰ ਦੇ ਵਿੱਚ ਕੋਈ ਵੋਟ ਨਹੀਂ ਹੈ। ਈਵਨ ਕਿ ਉਹਨਾਂ ਨੇ ਇਹ ਮੁਹਿੰਮ ਜਿਹੜੀ ਹੈ ਕੱਲੀ ਆਪਣੇ ਤੱਕ ਸੀਮਤ ਨਹੀਂ ਰੱਖੀ, ਆਪਣੇ ਆਂਢੀਆਂ ਗੁਆਂਢੀਆਂ, ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ। ਤਾਂ ਇੱਕ ਬਹੁਤ ਵੱਡੀ ਮੁਹਿੰਮ ਸਰ ਜਿਹੜੀ ਕਾਂਗਰਸ ਸਰਕਾਰ ਦੇ ਵਿਰੁੱਧ ਜਿਹੜਾ ਹੈ ਉਹ ਐਵੇਂ ਤੁਸੀਂ ਸਮਝ ਸਕਦੇ ਹੋ ਵੀ ਇੱਕ ਧਿਰ, ਐਵੇਂ ਸਮਝ ਲਓ ਇੱਕ ਧਿਰ ਜਿਹੜੀ ਹੈ ਬੇਰੁਜ਼ਗਾਰਾਂ ਵਾਲੀ ਜਿਹੜੀ ਹੈ ਉਹ ਖੜੀ ਹੋ ਗਈ ਹੈ, ਜਿਸ ਦੇ ਨਾਲ ਨਿਪਟਣਾ ਜਿਹੜਾ ਹੈਗਾ ਮੈਨੂੰ ਲੱਗਦਾ ਜੇਕਰ ਇਹਨਾਂ ਨੇ ਹੁਣ ਵੀ ਜਿਹੜੇ 6 ਮਹੀਨੇ ਰਹਿੰਦੇ ਹੈਗੇ ਆ, ਜੇ ਇਹਨਾਂ ਨੇ ਉਹਨਾਂ ਦੇ ਸਾਰੀਆਂ ਧਿਰਾਂ ਦੇ ਵਾਅਦੇ ਉਹਨਾਂ ਦੀ ਜੋ ਜਾਇਜ਼ ਮੰਗਾਂ ਹੈ ਜੇ ਉਹਨਾਂ ਦਾ ਹੱਲ ਨਾ ਕਰਿਆ ਤਾਂ ਬਹੁਤ ਵੱਡਾ ਨੁਕਸਾਨ, ਔਰ ਜਿਹੜਾ 2022 ਚ ਦੁਬਾਰਾ ਸੁਪਨਾ ਵੇਖ ਰਹੇ ਸਰਕਾਰ ਬਣਾਉਣ ਦਾ ਤਾਂ ਉਹ ਕਦੇ ਵੀ ਸਫਲ ਨਹੀਂ ਹੋਣਾ। ਕਿਤੇ ਨਾ ਕਿਤੇ 15 ਤੋਂ 17 ਸੀਟਾਂ ਦੇ ਆਸ-ਪਾਸ ਜਿਹੜਾ ਕਾਂਗਰਸ ਸਰਕਾਰ ਸਿਮਟ ਕੇ ਰਹੇਗੀ। ਪਟਿਆਲਾ ਵਿਖੇ ਉੱਥੇ ਕੀ ਸਥਿਤੀ ਬਣੀ ਹੋਈ ਹੈ ਸਰ? ਟੈਂਕੀ ਨਹੀਂ ਹੈ, ਉਹ ਪੰਜਾਬ ਲੀਲਾ ਭਵਨ ਦੇ ਵਿੱਚ BSNL ਟਾਵਰ ਹੈਗਾ ਸਰ, BSNL ਟਾਵਰ ਹੈ। ਔਰ ਅੱਜ 93 ਦਿਨ ਹੋ ਗਏ ਸਰ। 93 ਦਿਨਾਂ ਤੋਂ ਪਹਿਲਾਂ ਹੀ 2 ਸਾਥੀ ਚੜੇ ਸੀਗੇ, ਸੁਰਿੰਦਰ ਗੁਰਦਾਸਪੁਰ ਔਰ ਹਰਜੀਤ ਮਾਨਸਾ। ਤਾਂ ਹਰਜੀਤ ਮਾਨਸਾ ਜੋ ਸੀਗਾ ਉਹ ਸਰ 17ਵੇਂ ਦਿਨ ਉਹਨਾਂ ਦੀ ਮਾਤਾ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ, ਉਹ ਘਰ ਦਾ ਕੱਲਾ ਮੈਂਬਰ ਸੀਗਾ ਤੇ ਉਹਦੇ 3 ਬੱਚੇ ਵੀ ਸੀਗੇ। ਸੋ ਉਹ ਬੇਰੁਜ਼ਗਾਰ ਤਾਂ 17ਵੇਂ ਦਿਨ ਆ ਗਿਆ ਸੀਗਾ ਥੱਲੇ। ਲੇਕਿਨ ਉਸ ਤੋਂ ਬਾਅਦ ਜੋ ਸੁਰਿੰਦਰ ਗੁਰਦਾਸਪੁਰ ਹੈ ਉਹਨੇ ਲਗਾਤਾਰ ਸੰਘਰਸ਼ ਨੂੰ ਜਾਰੀ ਰੱਖਿਆ ਔਰ ਅੱਜ ਉਹ 93 ਦਿਨ ਵਿੱਚ ਪਹੁੰਚ ਚੁੱਕਿਆ ਔਰ ਉਹ ਅਜੇ ਵੀ ਆਪਣੇ ਸੰਘਰਸ਼ ਨੂੰ ਜਿਹੜਾ ਹੈ ਉੱਥੋਂ ਚਲਾ ਰਿਹਾ ਹੈ। ਔਰ ਨਾਲ ਦੀ ਨਾਲ ਸਰ ਜਦੋਂ ਅੱਜ 93 ਦਿਨਾਂ ਬਾਅਦ ਜਦੋਂ ਤੱਕ ਅੱਜ ਤੱਕ ਪੰਜਾਬ ਦੇ ਸੀਐਮ ਨੇ ਜਿਹੜਾ ਹੈਗਾ ਉਹ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ ਹੈਗੀ, ਕਿਉਂਕਿ ਉਹਨਾਂ ਨੂੰ ਟਿਕਟੌਕ ਸਟਾਰ ਨਜ਼ਰ ਆਉਂਦੇ ਹੈਗੇ ਆ, ਟਿਕਟੌਕ ਸਟਾਰਾਂ ਨਾਲ ਉਹ ਵੀਡੀਓ ਕਾਲ ਕਰ ਲੈਂਦੇ ਹੈਗੇ ਆ। ਪਰੰਤੂ ਇੱਕ ਨੌਜਵਾਨ ਉਹਨਾਂ ਦੀ ਘਰ ਤੋਂ ਕੁਝ ਦੂਰੀ ਜਿਹੜਾ ਹੈਗਾ 260 ਫੁੱਟ ਉਚਾਈ ਤੇ ਜੂਨ ਦਾ ਮਹੀਨਾ ਚੱਲ ਰਿਹਾ ਹੈਗਾ, ਤਤੀਆਂ ਤਵੀਆਂ ਆਪਾਂ ਕਹਿ ਸਕਦੇ ਹੈਗੇ ਆ, ਜਿਹਦੇ ਉੱਪਰ ਬੈਠਾ ਸਲਾਖਾਂ ਕਹਿ ਸਕਦੇ ਆ। ਕਿੰਨੀ ਗਰਮੀ ਹੁੰਦੀ ਹੈਗੀ ਹੈ, ਕਿੰਨੀ ਵਾਰ ਹਨੇਰੀ ਝੱਖੜ ਔਰ ਉਹਦੀ ਚਮੜੀ ਜਿਹੜੀ ਉਹ ਗਲਣੀ ਸ਼ੁਰੂ ਹੋ ਗਈ। ਉਸ ਬੇਰੁਜ਼ਗਾਰ ਅਧਿਆਪਕ ਜਿਹੜਾ ਕਿ ਵੈਲ ਕੁਆਲੀਫਾਈਡ ਹੈ, ਜਿਹਨੇ 3 ਵਾਰੀ ਟੈਟ ਪਾਸ ਕਰਿਆ ਹੈਗਾ ਔਰ ਹੁਣ ਵੀ ਜਿਹੜਾ ਹੈਗਾ ਦੂਸਰੇ ਟੈਸਟ ਵਿੱਚੋਂ ਵੀ ਉਸਨੇ ਨੰਬਰ ਲਏ ਆ, ਤਾਂ ਉਹਦੇ ਨਾਲ ਗੱਲ ਕਰਨਾ ਜਿਹੜਾ ਹੈਗਾ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਉਚਿਤ ਨਹੀਂ ਸਮਝਿਆ, ਜਿਸ ਦੇ ਚੱਲਦਿਆਂ ਜਿਹੜਾ ਹੈਗਾ ਉਸਨੇ ਸਰ ਕੱਲ ਆਪਣਾ ਮਰਨ ਵਰਤ ਜਿਹੜਾ ਹੈਗਾ ਉਹ ਚਿੱਠੀ ਲਿਖ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਰਨ ਵਰਤ ਸ਼ੁਰੂ ਕਰਿਆ ਹੈਗਾ। ਤਾਂ ਇਹ ਸਾਡੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਲਈ ਵੀ ਜਿਹੜਾ ਬੜੀ ਚਿੰਤਾ ਦਾ ਵਿਸ਼ਾ ਬਣੀ ਕਿ ਇੱਕ ਤਾਂ ਉਹ 90 ਦਿਨਾਂ ਤੋਂ ਪਹਿਲਾਂ ਹੀ ਸਰਵਾਈਵ ਕਰ ਰਿਹਾ ਸੀਗਾ। ਜਦੋਂ ਉਹ ਟਾਵਰ ਤੇ ਗਿਆ ਸੀਗਾ
ਤਾਂ ਉਸ ਦਾ ਸਰੀਰ ਬਹੁਤ ਜ਼ਬਰਦਸਤ ਸੀਗਾ, ਬੜਾ ਸਟਰੋਂਗ ਸੀਗਾ। ਔਰ ਇਸ ਸਮੇਂ ਦੇ ਦਰਮਿਆਨ ਸਿਰਫ ਉਹ ਮਾੜਾ ਮੋਟਾ ਪਾਣੀ ਦੇ ਨਾਲ ਬਿਸਕੁਟ ਵਗੈਰਾ ਇਹੋ ਜਿਹੀ ਚੀਜ਼ ਖਾ ਕੇ ਗੁਜ਼ਾਰਾ ਕਰ ਰਿਹਾ ਸੀਗਾ। ਤਾਂ ਹੁਣ ਤਾਂ ਉਸਨੇ ਜਦੋਂ ਮਰਨ ਵਰਤ ਦਾ ਐਲਾਨ ਕਰਤਾ, ਸਰੀਰ ਪਹਿਲਾਂ ਹੀ ਬਹੁਤ ਜ਼ਿਆਦਾ ਕਮਜ਼ੋਰ, ਥੋੜੀ ਜਿਹੀ ਥਾਂ ਦੇ ਵਿੱਚ ਹੀ ਰਹਿਣਾ ਕਰਨਾ, ਸਰ ਨਹਾਇਆ ਉਹ 3 ਮਹੀਨਿਆਂ ਤੋਂ ਹੈ ਨਹੀਂ ਉਹ ਇਨਸਾਨ। ਔਰ ਉੱਤੇ ਹੀ ਉਸਨੇ ਮਤਲਬ ਆਪਣੇ ਜੀਵਨ ਨੂੰ ਚਲਾਉਣ ਦੇ ਲਈ ਜੋ ਡੇਲੀ ਲਾਈਫ ਦੇ ਵਿੱਚ ਜੋ ਕੁਝ ਆਪਾਂ ਕਰਦੇ ਹਾਂ, ਯੂਰਿਨ ਵਗੈਰਾ ਪਾਸ ਕਰਨਾ, ਹਾਂ ਯੂਰਿਨ ਵਗੈਰਾ, ਹਾਂਜੀ ਹਾਂ ਸਾਰਾ ਕੁਝ। ਤਾਂ ਕਿੰਨੇ ਦੇਖੋ ਸਰ ਕਿੰਨੀ ਤਰਾਸ਼ਦੀ ਹੋ ਰਹੀ ਹੈ, ਕਿੰਨਾ ਬੁਰਾ ਹਾਲ ਹੋਊਗਾ ਉਸ ਨੌਜਵਾਨ ਦਾ। ਔਰ ਅੱਜ ਉਹਨੇ ਮਰਨ ਵਰਤ ਸ਼ੁਰੂ ਕਰਤਾ ਹੈਗਾ। ਤਾਂ ਇਹ ਜਿਹੜਾ ਹੈਗਾ ਉਹ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਜਿਸ ਦੇ ਚਲਦਿਆਂ ਕੱਲ ਸਾਥੀਆਂ ਨੇ 5 ਮਿੰਟ ਮੁੱਖ ਮੰਤਰੀ ਸਾਹਿਬ ਨਾਲ ਪਰਸੋਂ ਗੱਲ ਵੀ ਕਰਨੀ ਚਾਹੀਦੀ। ਚਲੋ ਅਸੀਂ ਗੱਲ ਕਰਦੇ ਹਾਂ, ਹੋ ਸਕਦਾ ਕੋਈ ਸਮੱਸਿਆ ਦਾ ਹੱਲ ਨਜ਼ਰ ਆਉਂਦਾ ਹੋਇਆ ਤਾਂ ਆਪਾਂ ਉਸ ਨੂੰ ਰਿਕੁਐਸਟ ਕਰਾਂਗੇ ਕਿ ਭਾਈ ਤੂੰ ਨੀਚੇ ਆ ਜਾ। ਲੇਕਿਨ ਹੁਣ ਵੀ ਸਥਿਤੀ ਜਿਹੜੀ ਹੈ ਸਰ ਉਹ ਜਿਉਂ ਦੀ ਤਿਉਂ ਬਣੀ ਹੋਈ ਹੈਗੀ ਹੈ। ਔਰ ਬਹੁਤ ਚਿੰਤਾਜਨਕ ਵਿਸ਼ਾ ਕਿ ਕਿਤੇ ਉਸ ਜਿਹੜਾ ਇਨਸਾਨ 3 ਮਹੀਨਿਆਂ ਤੋਂ ਨਹਾਇਆ ਨਹੀਂ, ਉਸਨੇ ਮਰਨ ਵਰਤ ਸ਼ੁਰੂ ਕਰ ਲਿਆ ਹੈਗਾ, ਤੇ ਕਿਤੇ ਉਸ ਦਾ ਜਾਨੀ ਨੁਕਸਾਨ ਜਿਹੜਾ ਹੈ ਉਹ ਨਾ ਹੋ ਜੇ। ਔਰ ਪੰਜਾਬ ਸਰਕਾਰ ਜਿਹੜੀ ਇਸ ਦੇ ਪ੍ਰਤੀ ਸੁਹਿਰਦ ਵੀ ਨਜ਼ਰ ਨਹੀਂ ਆ ਰਹੀ। ਪਿਆਰੇ ਦਰਸ਼ਕੋ, ਇਸ ਸਾਡੇ ਨਾਲ ਸ਼ੈਲੇਂਦਰ ਕੰਬੋਜ ਤੇ ਮਾਣੀ ਸੰਗਰੂਰ, ਇਹਨਾਂ ਨੇ ਪੂਰੇ ਸੰਘਰਸ਼ ਬਾਰੇ ਦੱਸੀ ਹੈ ਕਹਾਣੀ ਆਪਣੀ ਕਿ ਕਿਸ ਤਰ੍ਹਾਂ ਇਹ ਸੰਘਰਸ਼ ਸ਼ੁਰੂ ਹੋਇਆ, ਇਹਨਾਂ ਦੀਆਂ ਮੰਗਾਂ ਕੀ ਨੇ। ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਹਮੇਸ਼ਾ ਇੱਕ ਮੁੱਠ ਹੋ ਕੇ ਇੱਕ ਯੂਨਿਟੀ ਬਣਾ ਕੇ ਇਹਨਾਂ ਸਰਕਾਰਾਂ ਤੋਂ ਆਪਣੀਆਂ ਮੰਗਾਂ ਬਣਾਉਣੀਆਂ ਚਾਹੀਦੀਆਂ, ਤੇ ਉਹ ਜਿਹੜੇ ਤੁਸੀਂ ਨੁਮਾਇੰਦੇ ਚੁਣ ਕੇ ਭੇਜਦੇ ਹੋ, ਜਿਹੜੇ ਕਿ ਤੁਹਾਡੀ ਗੱਲ ਦਾ ਜਵਾਬ ਦੇ ਹੁੰਦੇ ਨੇ, ਉਹਨਾਂ ਕੋਲ, ਕਿਉਂਕਿ ਤੁਸੀਂ ਆਪਣੀ ਹੱਕ, ਉਹ ਸਰਕਾਰ ਇਸੇ ਕਰਕੇ ਨੇ, ਉਹ ਸਰਕਾਰ ਦੇ ਨੁਮਾਇੰਦੇ ਨੇ ਕਿ ਉਹ ਸਰਕਾਰ ਚਲਾਉਂਦੇ ਨੇ, ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਉਹਨਾਂ ਨੇ ਕਰਨਾ ਹੁੰਦਾ। ਤੇ ਜੇਕਰ ਉਹ ਗੱਲ ਨਹੀਂ ਸੁਣਦੇ ਤਾਂ ਇਹ ਤੁਹਾਨੂੰ ਸੋਚਣਾ ਪਏਗਾ, ਕਿਉਂਕਿ ਅਗਲੇ ਸਾਲ ਜਿਹੜੀਆਂ ਚੋਣਾਂ ਆ ਰਹੀਆਂ ਨੇ, ਤੁਹਾਨੂੰ ਸਾਰਿਆਂ ਨੂੰ ਇਸ ਵਾਸਤੇ ਇਕਮੁੱਠ ਹੋਣਾ ਚਾਹੀਦਾ ਤੇ ਮੋਢੇ ਨਾਲ ਮੋਢਾ ਜੋੜ ਕੇ ਸਾਰਿਆਂ ਨੂੰ ਇਸ ਆਪਣੇ ਵਧੀਆ ਜੀਵਨ ਦੇ ਲਈ ਸੰਘਰਸ਼ ਕਰਨਾ ਚਾਹੀਦਾ। ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਦੇ ਨਾਲ ਸਾਰਿਆਂ ਨੂੰ ਖੜਨਾ ਚਾਹੀਦਾ। ਤੇ ਅਸੀਂ ਤਾਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਸ਼੍ਰੀ ਵਿਜੇ ਇੰਦਰ ਸਿੰਗਲਾ, ਜਿਹੜੇ ਕਿ ਸਾਡੇ ਸੰਗਰੂਰ ਦੀ ਨੁਮਾਇੰਦਗੀ ਕਰਦੇ ਆ, ਐਜੂਕੇਸ਼ਨ ਮਿਨਿਸਟਰ ਨੇ, ਜਿਨ੍ਹਾਂ ਦੇ ਉਹ ਕਰਵਾ ਸਕਦੇ ਆ ਸਾਰਾ ਕੁਝ, ਕਿਉਂਕਿ ਉਹਨਾਂ ਦਾ ਹਲਕਾ, ਕਿਉਂਕਿ ਉਹਨਾਂ ਨੇ ਬੜੇ ਵਿਕਾਸ ਦੇ ਕੰਮ ਵੀ ਕਰਵਾਏ ਆ, ਪਰ ਇਸ ਪਲੇਟਫਾਰਮ ਤੇ ਆ ਕੇ ਉਹ ਫੇਲ ਹੁੰਦੇ ਨਜ਼ਰ ਆ ਰਹੇ ਨੇ। ਉਹਨਾਂ ਨੂੰ ਜ਼ਰੂਰ ਇਸ ਬਾਰੇ ਗੌਰ ਕਰਨੀ ਚਾਹੀਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।